ਪਿਛਲੇ ਕੁਝ ਦਹਾਕਿਆਂ 'ਚ ਸਭ ਤੋਂ ਜ਼ਿਆਦਾ ਹਿਲਜੁਲ ਮਿਡਲ ਈਸਟ 'ਚ ਹੋਈ ਹੈ। ਹੁਣ ਫਿਰ ਫਲਸਤੀਨ ਤੇ ਇਜ਼ਰਾਈਲ ਦਾ ਪੰਗਾ ਪਿਆ ਹੋਇਆ। ਇਸ ਮਸਲੇ ਨਾਲ ਕੀਤੇ ਤੀਜਾ ਵਿਸ਼ਵ ਯੁੱਧ ਤਾਂ ਨਹੀਂ ਲੱਗ ਜਾਏਗਾ। ਦੋਸ਼ੀ ਕੌਣ ਆ ਤੇ ਵਿਕਟਮ ਕੌਣ ਆ? ਪਹਿਲੀ ਵਾਇਲੈਂਸ ਜਿਹੜਾ ਸ਼ੁਰੂ ਕੀਤਾ ਉਹ ਇਜ਼ਰਾਈਲ ਨੇ ਕੀਤਾ। ਇਜ਼ਰਾਈਲ ਨੇ ਉਹਦੇ ਨਾਲ ਤੇ ਟੀਅਰ ਗੈਸਿੰਗ ਕੀਤੀ। ਐਤਕੀ ਵਾਰ ਜੋ ਹੁਣ ਹੋ ਰਿਹਾ ਉਹਦੇ ਵਿੱਚ ਇਜ਼ਰਾਈਲ ਨੂੰ ਅਮਰੀਕਾ ਨੇ ਜਾਂ ਕਹਿ ਦੋ ਬਾਈਡਨ ਗਵਰਨਮੈਂਟ ਨੇ ਕਾਰਟ ਬਲਾਂਸ਼ ਦਿੱਤਾ ਹੋਇਆ ਕਿ ਤੁਸੀਂ ਜੋ ਮਰਜ਼ੀ ਕਰੋ। ਇਜ਼ਰਾਈਲ ਦੀ ਚੋਣ ਰਾਜਨੀਤੀ ਜਿਹੜੀ ਵੋਟਾਂ ਦਾ ਪੋਲਰਾਈਜੇਸ਼ਨ ਦਾ ਜਿਵੇਂ ਇੱਥੇ ਕਰਦੇ ਆ ਹਿੰਦੂ ਮੁਸਲਿਮ ਤੇ ਕਾਲਿਆਂ ਗੋਰਿਆਂ ਦਾ ਟਰੰਪ ਨੇ ਕੀਤਾ, ਉਸੇ ਤਰ੍ਹਾਂ ਦਾ ਇਜ਼ਰਾਈਲ ਦੇ ਅੰਦਰ ਵੀ ਕਿ ਡਰ ਦਿਖਾਓ, ਸਭ ਤੋਂ ਵੱਡਾ ਦੁਸ਼ਮਣ ਦਿਖਾਓ ਕੋਈ, ਜਿਵੇਂ ਇੱਥੇ ਮੋਦੀ ਮੁਸਲਮਾਨਾਂ ਨੂੰ ਦਿਖਾਉਂਦੇ ਆ, ਡਰਾਉਂਦੇ ਹੈਗੇ ਬਾਕੀਆਂ ਨੂੰ। ਜਿਹੜੀ ਗਾਜ਼ਾ ਪੱਟੀ ਆ ਉਹਦੇ ਵਿੱਚ ਤਕਰੀਬਨ 2/3 ਜਿਹੜੇ ਆ ਲੋਕ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਆ। ਉੱਥੇ ਪਾਣੀ ਦੀ ਵੀ ਕਿੱਲਤ ਆ ਅੱਜ ਦੀ ਡੇਟ 'ਚ। ਜਿਵੇਂ ਕਿਹਾ ਜਾਂਦਾ ਕਿ ਅਮਰੀਕਾ ਚਾਹੇ ਡੈਮੋਕ੍ਰੇਟ ਹੋਣ ਚਾਹੇ ਰਿਪਬਲਿਕਨ ਹੋਣ, ਪਾਲਿਸੀ ਉਹਨਾਂ ਦੀ ਹਮੇਸ਼ਾ ਇੱਕ ਰਹਿੰਦੀ ਹੈ ਕਿ ਦੁਨੀਆ ਦੇ ਖਿੱਤਿਆਂ 'ਚ ਡਿਸਟਰਬੈਂਸ ਜੇ ਹੋਊਗੀ ਤਾਂ ਫਿਰ ਉੱਥੇ ਉਹ ਜਾ ਕੇ ਚੌਧਰੀ ਬਣਨਗੇ। ਅਮਰੀਕਾ ਦੀ ਚੌਧਰ ਕਿਵੇਂ ਕਾਇਮ ਰਹੇਗੀ ਦੁਨੀਆ ਦੇ ਉੱਤੇ? ਸਿੱਖਾਂ ਦੇ ਬਾਰੇ ਜਦੋਂ ਆਪਾਂ ਇਜ਼ਰਾਈਲ ਦੀ ਗੱਲ ਆਉਂਦੀ ਆ ਤਾਂ ਸਿੱਖਾਂ ਦੇ ਕੰਨ ਬੜੇ ਖੜੇ ਹੁੰਦੇ ਆ ਇਸ ਗੱਲ ਦੇ ਉੱਤੇ। ਸਿੱਖਾਂ 'ਚ ਹੁੰਦਾ ਗਾ ਕਿ ਜਿਵੇਂ ਯਹੂਦੀਆਂ ਨੇ, ਜਿਵੇਂ ਯਹੂਦੀਆਂ ਦਾ ਮੰਨਿਆ ਜਾਂਦਾ ਵੀ ਇੱਕ ਦੁਨੀਆ ਤੇ ਇੱਕੋ ਕੌਮ ਆ ਯਹੂਦੀ, ਜਿਹੜੀ ਸਭ ਤੋਂ ਪੜ੍ਹੇ ਲਿਖੀ, ਜਿਨ੍ਹਾਂ ਦੇ ਸਭ ਤੋਂ ਵੱਡੇ ਬਿਜ਼ਨਸਮੈਨ, ਜਿਹੜੇ ਦੁਨੀਆ ਦੀ ਹਰ ਸੱਤਾ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਜਦੋਂ ਗੱਲ ਹੁੰਦੀ ਆ ਇਜ਼ਰਾਈਲ ਦੀ ਤੇ ਸਿੱਖ ਵੀ ਉਸ ਤਰੀਕੇ ਨਾਲ ਗੱਲ ਕਰਦੇ ਆ ਕਿ ਇਜ਼ਰਾਈਲ ਜਿੰਨਾ ਪਾਵਰਫੁਲ ਸਿੱਖ ਹੋਣ। ਸਿੱਖ ਕਿਵੇਂ ਨਾ ਕਿਵੇਂ ਅਗਾਂਹ ਵਧੂ ਕੌਮ ਆ, ਚੰਗੇ ਲੜਾਕੇ, ਤਾਂ ਉਹ ਕਿਤੇ ਨਾ ਕਿਤੇ ਆਪਦੇ ਆਪ ਨੂੰ ਆਇਡੈਂਟੀਫਾਈ ਕਰਦੇ ਆ ਉਸ ਨਾਲ। ਪਰ ਬਹੁਤ ਲਾਰਜ ਡਿਫਰੈਂਸਿਸ ਆ। ਜੇ ਉਹਨਾਂ ਦਾ ਤੁਸੀਂ ਧਰਮ ਪੜ੍ਹੋ ਤੇ ਜੇ ਸਿੱਖਾਂ ਦਾ ਪੜ੍ਹੋ ਤਾਂ ਬਹੁਤ ਡੀਪ ਡਿਫਰੈਂਸਿਸ ਆ। ਪਰ ਇਹ ਕੀ ਯਹੂਦੀਆਂ ਨੇ ਇਹ ਗੱਲ ਨਹੀਂ ਸਿੱਖੀ? ਜਦੋਂ ਹਿਟਲਰ ਨੇ ਜੋ ਯਹੂਦੀਆਂ ਦੇ ਨਾਲ ਕੀਤਾ ਉਹਦੇ ਤੋਂ ਬਾਅਦ ਵੀ ਉਹਨਾਂ ਦੇ ਥਾਟ ਪ੍ਰੋਸੈਸ 'ਚ ਕੋਈ ਚੇਂਜ ਨਹੀਂ ਆਈ ਕਿ ਭਾਈ ਸਾਡੀ ਕੌਮ ਨਾਲ ਐਂ ਹੋਇਆ, ਅਸੀਂ ਘੱਟੋ ਘੱਟ ਇੱਕ ਉਸ ਤਰ੍ਹਾਂ ਦੀ ਸੋਚ ਰੱਖੀਏ। ਇਹ ਕੀ ਸੀ ਜਦੋਂ 47 ਦੇ ਵਿੱਚ UNO ਨੇ ਇਹਨੂੰ ਵੰਡਿਆ ਤੇ ਸਾਰੇ ਅਰਬ ਮੁਲਕਾਂ ਨੇ ਮਿਲ ਕੇ ਉਹਦੇ 'ਤੇ ਹਮਲਾ ਕਰਤਾ। ਸਾਰੇ ਮੁਲਕ ਉਹਦੇ ਆਸੇ-ਪਾਸੇ ਵਾਲੇ ਦੁਸ਼ਮਣ ਨੂੰ ਤਾਂ ਸਮੁੰਦਰ 'ਚ ਧੱਕ ਦੇਣਗੇ ਉਹ, ਤਾਂ ਉਹਦੀ ਮਜਬੂਰੀ ਵੀ ਆ ਸਪੇਸ ਲੱਭਣੀ। ਪਰ ਜਦੋਂ ਉਹ ਸਪੇਸ ਲੱਭਦਾ ਤਾਂ ਉਹ ਸਪੇਸ ਦੇ ਵਿੱਚੋਂ ਜ਼ੁਲਮ ਕਰਦਾ ਦੂਜਿਆਂ ਦੇ ਉੱਤੇ। ਮੰਨ ਲਓ ਜਿਵੇਂ ਕਸ਼ਮੀਰ ਦਾ ਰੌਲਾ ਗਾ, ਕਸ਼ਮੀਰ ਬਾਰੇ ਵੀ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਤਾਕਤਾਂ ਚਾਹੁੰਦੀਆਂ ਹੀ ਨਹੀਂ। ਵੋਟ ਬੈਂਕ ਪੋਲਿਟਿਕਸ ਉਹਦੀ ਰਹੇਗੀ ਜਦੋਂ ਤੱਕ ਤੁਸੀਂ ਇਸ਼ੂ ਰੱਖੋਗੇ। ਜੇ ਇਸ਼ੂ ਹੀ ਖਤਮ ਕਰਤਾ, ਮੰਨ ਲਓ ਦਲਿਤਾਂ ਦੇ ਮਸਲੇ ਹੱਲ ਕਰਤੇ, ਸਿੱਖਾਂ ਦੇ ਮਸਲੇ ਕਰਤੇ, ਤਾਂ ਉਸ ਪੋਲਿਟਿਕਸ ਵੀ ਉਸ ਤਰ੍ਹਾਂ ਖੜੀ ਨਹੀਂ ਹੁੰਦੀ। ਉਹਨਾਂ ਵਾਸਤੇ ਵੀ ਫਾਇਦੇਮੰਦ ਆ ਕਿ ਉੱਥੇ ਲੜਾਈ ਰਵੇ। ਕੋਈ ਇਹ ਤਾਂ ਨਹੀਂ ਹੋਏਗਾ ਕਿ ਜਿਹੜਾ ਥਰਡ ਵਰਲਡ ਵਾਰ ਨੂੰ ਕਿਹਾ ਜਾਂਦਾ ਹੈਗਾ, ਇਸ ਤਰ੍ਹਾਂ ਦਾ ਮਾਹੌਲ ਤਾਂ ਬਣਨ ਦੀ ਸੰਭਾਵਨਾ ਨਹੀਂ ਲੱਗਦੀ। ਲੱਗਦਾ ਤੁਹਾਨੂੰ ਬਣ ਸਕਦੀ ਹੈਗੀ? ਹੁਣ ਜੰਗਾਂ ਅਫੋਰਡ ਨਹੀਂ ਹੋ ਸਕਦੀਆਂ ਉਸ ਤਰੀਕੇ ਦੀਆਂ ਤਾਂ। ਪਰ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕੌਮਾਂਤਰੀ ਰਾਜਨੀਤੀ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ ਕੁਝ ਦਹਾਕਿਆਂ 'ਚ ਸਭ ਤੋਂ ਜ਼ਿਆਦਾ ਹਿਲਜੁਲ ਮਿਡਲ ਈਸਟ 'ਚ ਹੋਈ ਹੈ। ਹੁਣ ਫਿਰ ਫਲਸਤੀਨ ਤੇ ਇਜ਼ਰਾਈਲ ਦਾ ਪੰਗਾ ਪਿਆ ਹੋਇਆ। ਇਹ ਪੰਗਾ ਕੋਈ ਨਵਾਂ ਨਹੀਂ ਹੈ, ਪਰ ਇਹਦੀ ਅਸਲ ਕਹਾਣੀ ਕੀ ਹੈ ਅਸੀਂ ਲਗਾਤਾਰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੌਮਾਂਤਰੀ ਰਾਜਨੀਤੀ ਨੂੰ ਬਹੁਤ ਨੇੜਿਓਂ ਪੜ੍ਹਨ ਵਾਲੇ, ਜਾਣਨ ਵਾਲੇ ਅਜੇਪਾਲ ਸਿੰਘ ਬਰਾੜ ਅੱਜ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਮਸਲੇ ਨਾਲ ਕੀਤੇ ਤੀਜਾ ਵਿਸ਼ਵ ਯੁੱਧ ਤਾਂ ਨਹੀਂ ਲੱਗ ਜਾਏਗਾ। ਇਹ ਕਹਾਣੀ ਕੀ ਹੈ, ਕੀ ਇਹਦੇ 'ਚ ਇਜ਼ਰਾਈਲ ਵਿਕਟਮ ਆ ਜਾਂ ਫਲਸਤੀਨ? ਸ਼ੁਰੂ ਕਰਦੇ ਹਾਂ। ਸਵਾਗਤ ਹੈ ਬਰਾੜ ਸਾਹਿਬ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇੱਥੋਂ ਹੀ ਕਰਨੀ ਚਾਹੁੰਦਾ, ਦੋਸ਼ੀ ਕੌਣ ਆ ਤੇ ਵਿਕਟਮ ਕੌਣ ਆ? ਫਲਸਤੀਨ ਕਹਿੰਦਾ ਸਭ ਤੋਂ ਵੱਡਾ ਵਿਕਟਮ ਮੈਂ ਆ। ਹਮਾਸ ਵਾਲੇ ਚਾਹੇ ਬੰਬਾਰੀ ਕਰਨ ਨੇ, ਪਰ ਉੱਥੋਂ ਦੇ ਲੋਕ, ਉੱਥੋਂ ਦੀ ਸਰਕਾਰ ਲਗਾਤਾਰ ਕਹਿੰਦੀ ਹੈ ਸਾਡੇ 700 ਬੰਦੇ ਮਾਰਤੇ ਉਹ ਕਹਿੰਦੇ। ਤੇ ਇਜ਼ਰਾਈਲ ਪੂਰੀ ਦੁਨੀਆ 'ਚ, ਕਿਉਂਕਿ ਇਜ਼ਰਾਈਲ ਕੋਲੇ ਬੜੇ ਸਾਧਨ ਨੇ, ਤੇ ਇਜ਼ਰਾਈਲ ਪੂਰੀ ਦੁਨੀਆ 'ਚ ਆਪਣੇ ਆਪ ਨੂੰ ਪੇਸ਼ ਕਰਦਾ। ਜੇ ਆਪਾਂ ਬਰੋਡਲੀ ਵੇਖੀਏ ਨਾ ਜੀ, ਤਾਂ ਇਸ ਟਾਈਮ ਇਮੋਸ਼ਨਸ ਆਪਾਂ ਨੂੰ ਨਜ਼ਰ ਆ ਰਹੀਆਂ ਦੋਨੇ ਪਾਸਿਓਂ। ਇਹ ਕਿਹਾ ਜਾ ਰਿਹਾ ਕਿ ਵੀ ਸਾਨੂੰ ਡਿਸਟਰੋਏ ਕਰਨਾ ਚਾਹੁੰਦੇ ਹੋ ਸਾਨੂੰ। ਪਰ ਜਿਹੜਾ ਇਹ ਪ੍ਰੈਜ਼ੈਂਟ ਕੌਨਫਲਿਕਟ ਆ, ਇਹਦੀ ਸ਼ੁਰੂਆਤ ਇਜ਼ਰਾਈਲ ਨੇ ਕੀਤੀ ਸੀਗੀ। ਇਜ਼ਰਾਈਲ ਨੇ ਰਮਾਦਾਨ ਦੇ ਮਹੀਨੇ ਦੇ ਵਿੱਚ ਡਮਸਕਸ ਗੇਟ ਜਿਹੜਾ ਹੈਗਾ ਜੈਰੂਸਲਮ ਵਾਲੇ ਏਰੀਆ 'ਚ, ਉਹਨੂੰ ਰੋਕਿਆ ਤੇ ਉੱਥੇ ਪ੍ਰੇਅਰ ਕਰਨ ਵਾਲਿਆਂ ਨੂੰ, ਜਿਹੜੀ ਅਲ ਅਕਸਾ ਮੌਸਕ ਹੈਗੀ ਆ ਜਾਂ ਮਸਜਿਦ ਆ, ਉੱਥੇ ਉਹਨਾਂ ਨੂੰ ਰੋਕਣਾ ਸ਼ੁਰੂ ਕੀਤਾ। ਤੇ ਦੂਸਰਾ ਉਹਨਾਂ ਨੇ ਜਿੱਦਣ ਜੈਰੂਸਲਮ ਡੇ ਸੀ ਉਦੋਂ ਨੂੰ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਉਹ ਵੀ ਪਰਟੀਕੂਲਰਲੀ ਅਰਬ ਇਲਾਕਿਆਂ 'ਚ।
ਤੀਜੀ ਉਹਨਾਂ ਨੇ ਜਿਹੜੀ ਇਨਸਾਈਟਮੈਂਟ ਉੱਥੇ ਕੀਤੀ ਉਹ ਇਹ ਸੀਗੀ ਕਿ ਜਿਹੜਾ ਉਹ ਈਸਟ ਜੈਰੂਸਲਮ ਦਾ ਇਲਾਕਾ ਉਹ ਹਾਈਲੀ ਪੋਪੂਲੇਟਡ ਹੈਗਾ ਫਲਸਤੀਨੀਆਂ ਨਾਲ, ਤੇ ਉਹਨਾਂ ਨੇ ਇੱਕ ਜਜਮੈਂਟ ਆਈ ਕੋਰਟ ਦੀ ਕਿ ਉਹਨਾਂ ਚੋਂ 6 ਫੈਮਲੀਜ਼ ਨੂੰ ਉਹਨਾਂ ਨੇ ਉੱਥੋਂ ਇਵਿਕਟ ਕਰਨ ਦੀ ਕੋਸ਼ਿਸ਼ ਕੀਤੀ ਕਿ 1948 ਤੋਂ ਪਹਿਲਾਂ ਇਹ ਜਿਹੜੀ ਜ਼ਮੀਨ ਸੀ 1885 'ਚ ਇਹ ਯਹੂਦੀਆਂ ਨੇ ਖਰੀਦ ਲਈ ਸੀਗੀ, ਤੇ ਉਹ ਫੈਮਲੀਜ਼ ਉੱਥੇ ਤਕਰੀਬਨ 1960 ਕੇ 65 ਤੋਂ ਜਾਂ 48 ਤੋਂ ਰਹਿ ਰਹੀਆਂ, ਤੇ ਉਹਨਾਂ ਨੂੰ ਇਵਿਕਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਤਿੰਨੇ ਚੀਜ਼ਾਂ ਜਿਹੜੀਆਂ ਰਲ ਕੇ ਆ ਇੱਕ ਤਰ੍ਹਾਂ ਦਾ ਇਹ ਸਮਝ ਲਓ ਬਣ ਗਈ, ਜਿਹਦੇ ਕਰਕੇ ਉੱਥੇ ਵਾਇਲੈਂਸ ਸ਼ੁਰੂ ਹੋ ਗਿਆ। ਪਹਿਲੀ ਵਾਇਲੈਂਸ ਜਿਹੜਾ ਸ਼ੁਰੂ ਕੀਤਾ ਉਹ ਇਜ਼ਰਾਈਲ ਨੇ ਕੀਤਾ। ਇਜ਼ਰਾਈਲ ਨੇ ਉਹਦੇ ਨਾਲ ਤੇ ਟੀਅਰ ਗੈਸਿੰਗ ਕੀਤੀ ਉਹਨਾਂ ਨੂੰ, ਕਿਉਂਕਿ ਇੰਟਰਨੈਸ਼ਨਲ ਮੀਡੀਆ 'ਚ ਬਣਾਇਆ ਇਸ ਤਰ੍ਹਾਂ ਜਾ ਰਿਹਾ, ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਸਾਡੇ ਕੋਲੇ ਖਬਰਾਂ ਪਹੁੰਚਣੀਆਂ ਜ਼ਰੂਰੀ ਨਹੀਂ, ਖਬਰਾਂ ਕਿਵੇਂ ਪਹੁੰਚਦੀਆਂ ਨੇ, ਕੌਣ ਪਹੁੰਚਾ ਰਿਹਾ, ਖਬਰਾਂ ਦਾ ਪਹੁੰਚਾਉਣ ਵਾਲਿਆਂ ਦਾ ਇੰਟਰਸਟ ਕੀ ਹੈ, ਉਹਨਾਂ ਦੇ ਵੈਸਟਰਨ ਇੰਟਰਸਟ ਕੀ ਨੇ, ਇਹ ਮੈਟਰ ਕਰਦਾ। ਇਸ ਕਰਕੇ ਲਗਾਤਾਰ ਇਜ਼ਰਾਈਲ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਇਜ਼ਰਾਈਲ ਵਿਕਟਮ ਆ। ਉਹ ਆਏ ਨਾ ਜੀ, ਆਪਣੀ ਜਿਹੜੀ ਪ੍ਰੈਸ ਆ ਲਾਰਜਲੀ ਉਹ ਵੈਸਟਰਨ ਡੋਮੀਨੇਟਡ ਪ੍ਰੈਸ ਹੈਗੀ ਆ ਜਾਂ US ਲੌਬੀ ਦੀ ਪ੍ਰੈਸ ਆ ਜਿਹੜੀ ਆਪਾਂ ਸੁਣਦੇ ਆ, ਤਾਂ ਉਹ ਉਹਨਾਂ ਦਾ ਜਿਹੜਾ ਮੰਤਵ ਆ ਜਾਂ ਉਹਨਾਂ ਦਾ ਜਿਹੜਾ ਬ੍ਰੌਡਲੀ ਉਹਨਾਂ ਦਾ ਜਿਹੜਾ ਆਬਜੈਕਟਿਵ ਹੈਗਾ ਜਾਂ ਉਹ ਲੌਬੀ ਜਿਹੜੀ ਕੰਟਰੋਲ ਕਰਦੀ ਆ, ਉਹ ਆਪਾਂ ਨੂੰ ਆਪਦੇ ਹਿਸਾਬ ਨਾਲ ਨਿਊਜ਼ ਸੁਣਾਉਂਦੀ ਹੈਗੀ ਆ। ਵੇਅਰ ਐਜ਼ ਇਹ ਤਾਂ ਇੱਥੇ ਇਸ ਕੇਸ ਦੇ ਵਿੱਚ ਇਜ਼ਰਾਈਲ ਨੂੰ ਐਤਕੀ ਵਾਰ ਜੋ ਹੁਣ ਹੋ ਰਿਹਾ ਉਹਦੇ ਵਿੱਚ ਇਜ਼ਰਾਈਲ ਨੂੰ ਅਮਰੀਕਾ ਨੇ ਜਾਂ ਕਹਿ ਦਿਓ ਬਾਈਡਨ ਗਵਰਨਮੈਂਟ ਨੇ ਕਾਰਟੇ ਬਲਾਂਸ਼ ਦਿੱਤਾ ਹੋਇਆ ਕਿ ਤੁਸੀਂ ਜੋ ਮਰਜ਼ੀ ਕਰੋ, ਤਾਂ ਹਮਾਸ ਨੇ ਉਹਨੂੰ ਰਿਸਪੌਂਡ ਕੀਤਾ। ਉਹਦੀਆਂ ਵੀ ਕੁਝ ਇੰਟਰਨਲ ਰੀਜ਼ਨਸ ਆ, ਇਹ ਨਹੀਂ ਕਿ ਇਕੱਲੀਆਂ ਇਮੋਸ਼ਨਸ ਹੈਗੀਆਂ, ਉੱਥੇ ਇਨਸਾਈਟਮੈਂਟ ਹੋਈ ਆ, ਬਟ ਉਹਦੇ ਤਹਿ ਦੇ ਨੀਚੇ ਦੋਨੇ ਪਾਰਟੀਆਂ ਦਾ ਵੀ ਇੱਕ ਰੈਸ਼ਨਲ ਚੱਲਦਾ ਹੈ, ਕਿਉਂਕਿ ਉਹਨਾਂ ਦੇ ਆਪਦੇ ਇਕੱਲੇ ਇਮੋਸ਼ਨਲ ਇਸ਼ੂਜ਼ ਤੇ ਨਹੀਂ ਲੜਿਆ ਜਾਂਦਾ ਹੁੰਦਾ, ਉਹਨਾਂ ਦੇ ਆਪਦੇ ਰੈਸ਼ਨੈਲਿਟੀਜ਼ ਹੈਗੀਆਂ, ਲੋਕਲ ਇਸ਼ੂਜ਼ ਵੀ ਹੈਗੇ ਆ। ਬੈਂਜਾਮਿਨ ਨੇਤਾਨਯਾਹੂ ਜਿਹੜਾ ਹੈਗਾ ਉਹ ਤਕਰੀਬਨ 2019 ਤੋਂ ਬਾਅਦ 5 ਇਲੈਕਸ਼ਨ ਹੋ ਚੁੱਕੇ ਇਜ਼ਰਾਈਲ 'ਚੋਂ ਕੋਲੀਸ਼ਨ ਨਹੀਂ ਬਣਾ ਸਕੇ, ਤਾਂ ਉਹ ਪਰਸੀਵ ਕਰਦੇ ਆ ਜਿਹੜੇ ਇਜ਼ਰਾਈਲੀ ਆ ਕਿ ਵੀ ਬੜਾ ਸਟਰੋਂਗ ਹੈਗਾ, ਇਹ ਬੜਾ ਰਾਈਟ ਵਿੰਗ ਆ, ਰੈਡੀਕਲ ਸਟੈਂਡ ਲਊਗਾ। ਜੇ ਹਮਾਸ ਦਾ ਖਤਰਾ ਸ਼ੋਅ ਕਰਦੇ ਆ ਇਜ਼ਰਾਈਲੀਆਂ ਨੂੰ ਜਾਂ ਯਹੂਦੀਆਂ ਨੂੰ, ਤਾਂ ਉਹਦਾ ਪਾਵਰ 'ਚ ਆਉਣ ਦੇ ਚਾਂਸ ਜ਼ਿਆਦਾ ਹੈਗੇ ਆ। ਦੂਸਰੀ ਗੱਲ ਆ ਕਿ ਜਿਹੜੀ ਚੋਣ ਰਾਜਨੀਤੀ ਵੀ ਜੁੜੀ ਹੋਈ ਹੈ, ਇਜ਼ਰਾਈਲ ਦੀ ਚੋਣ ਰਾਜਨੀਤੀ ਜੁੜੀ, ਵੋਟਾਂ ਦਾ ਪੋਲਰਾਈਜੇਸ਼ਨ ਦਾ, ਜਿਵੇਂ ਇੱਥੇ ਕਰਦੇ ਆ ਹਿੰਦੂ ਮੁਸਲਿਮ ਤੇ ਕਾਲਿਆਂ ਗੋਰਿਆਂ ਦਾ ਟਰੰਪ ਨੇ ਕੀਤਾ, ਉਸੇ ਤਰ੍ਹਾਂ ਦਾ ਇਜ਼ਰਾਈਲ ਦੇ ਅੰਦਰ ਵੀ ਕਿ ਡਰ ਦਿਖਾਓ, ਸਭ ਤੋਂ ਵੱਡਾ ਦੁਸ਼ਮਣ ਦਿਖਾਓ ਕੋਈ, ਜਿਵੇਂ ਇੱਥੇ ਮੋਦੀ ਮੁਸਲਮਾਨਾਂ ਨੂੰ ਦਿਖਾਉਂਦੇ ਆ, ਡਰਾਉਂਦੇ ਆ ਕਿ ਬਾਕੀ ਦੋਨੇ ਪਾਸੇ ਨੇਤਾਨਯਾਹੂ ਵੀ ਦਿਖਾ ਰਿਹਾ ਆਪਦੇ ਲੋਕਾਂ ਨੂੰ, ਤੇ ਉਧਰੋਂ ਹਮਾਸ ਵੀ ਆਪਦੇ ਆਪ ਨੂੰ ਇਲੈਕਸ਼ਨਸ ਉਹਨਾਂ ਨੇ ਕਰਾਉਣੇ ਸੀਗੇ, ਤੇ ਉਹ ਗਾਜ਼ਾ ਦੇ ਵਿੱਚ ਕਾਬਜ ਹੈਗੇ ਮਿਲੀਟੈਰਲੀ, ਤੇ ਵੈਸਟ ਬੈਂਕ ਦੇ ਵਿੱਚ ਉਹ ਆਪਦੇ ਆਪ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਵੀ ਅਸੀਂ ਮੇਨ ਪਾਰਟੀ, ਉਹਨਾਂ ਦਾ ਫਤਿਹ ਗਰੁੱਪ ਨਾਲ ਜਿਹੜੀ PLO ਯਾਸਰ ਅਰਾਫਾਤ ਦਾ ਜਿਹੜਾ ਗਰੁੱਪ ਸੀ, ਬਾਅਦ 'ਚ PLO ਦਾ ਤੇ ਫਤਿਹ ਗਰੁੱਪ ਆ, ਉਹਦੇ ਨਾਲ ਉਹਨਾਂ ਦੀ ਇੱਕ ਟਕਰਾਅ ਹੈ, ਤੇ ਉਹ ਹੁਣ ਲੋਕਾਂ 'ਚ ਉਹਨਾਂ ਦੀ ਪੋਪੂਲੈਰਿਟੀ ਹਮਾਸ ਗਰੁੱਪ ਦੀ ਵਾਰੀ ਹੈ। ਦੋਨੇ ਰੈਡੀਕਲ ਸਟੈਂਡ ਲਈ ਖੜੇ ਆ, ਤਕਰੀਬਨ ਜਿਵੇਂ ਆਪਣੇ ਇੱਥੇ ਹੁੰਦਾ ਉਦੋਂ ਵੀ ਜ਼ਿਆਦਾ ਸਟਰੋਂਗ ਰੈਡੀਕਲ ਸਟੈਂਡ ਲਈ ਆ, ਤੇ ਆਪਦੇ ਆਪ ਨੂੰ ਸ਼ੋਅ ਕਰਨ ਵਾਸਤੇ ਕਿ ਅਸੀਂ ਰਾਈਟ ਬੋਨਾਫਾਈਡ ਹੈਗੇ ਆ ਇਹਦੇ। ਤਾਂ ਉਹ ਹਮਾਸ ਨੇ ਉਹ ਜਦੋਂ ਇਹ ਪ੍ਰੋਟੈਸਟਸ ਹੋਈਆਂ ਤਾਂ ਰਾਕਟਸ ਫਾਇਰ ਕੀਤੇ, ਉਹ ਵੀ ਹਾਰਟਲੈਂਡ ਦੇ ਵਿੱਚ ਇਜ਼ਰਾਈਲ ਦੇ। ਉਹ ਜਿਹੜੇ ਹਾਰਟਲੈਂਡ ਆ, ਤੈਲ ਅਵੀਵ, ਜੂਡੀਆ ਜਾਂ ਹਾਈਫਾ ਤੇ ਆਪਣਾ ਜੈਰੂਸਲਮ ਦਾ ਇੱਕ ਟਰਾਇੰਗਲ ਬਣਦਾ ਜਿਹੜਾ ਉਹਨਾਂ ਦਾ ਮੇਨ ਹਾਰਟਲੈਂਡ ਆ, ਉਹਦੇ ਵਿੱਚ ਫਾਇਰ ਕੀਤੇ, ਜਿਨ੍ਹਾਂ ਨੂੰ ਰੋਕਿਆ ਉਹਨਾਂ ਨੇ, ਉਹਨਾਂ ਦੇ ਆਇਰਨ ਡੋਮ ਡਿਫੈਂਸ ਆ, ਪਰ ਸਾਰੇ ਨਹੀਂ ਰੁਕ ਸਕਦੇ। ਜੇ ਇਹ ਕੰਟੀਨਿਊਸ ਰਿਹਾ ਉਹਨਾਂ ਦਾ ਫਾਇਰਿੰਗ ਦੇ ਵਿੱਚ, ਤਾਂ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਟਅਪ ਹੋ ਰਿਹਾ, ਇਜ਼ਰਾਈਲ ਉਹਦੇ 'ਚ ਰਿਐਕਟ ਕਰ ਰਿਹਾ, ਸੋ ਵਾਇਲੈਂਸ ਦਾ ਇੱਕ ਦੌਰ ਚੱਲ ਪਿਆ। ਪਰ ਸ਼ੁਰੂਆਤ ਜਿਹੜੀ ਹੈ ਇਹਦੀ ਇਜ਼ਰਾਈਲ ਨੇ ਕੀਤੀ ਹੈ, ਤੇ ਸ਼ੁਰੂਆਤ ਉਹਨਾਂ ਨੇ ਸ਼ਾਇਦ ਇੱਕ ਤਾਂ ਲੋਕਲ ਪੋਲੀਟਿਕਸ ਸੀਗੀ, ਇੱਕ ਉਹਨਾਂ ਨੂੰ ਆਏ ਸੀ ਵੀ ਹਮਾਸ ਪੋਪੂਲੈਰਿਟੀ ਗੇਨ ਕਰਦਾ ਜਾ ਰਿਹਾ, ਤਾਂ ਉਹਨਾਂ ਦਾ ਕਿਤੇ ਨਾ ਕਿਤੇ ਇਹ ਵੀ ਮਨ 'ਚ ਹੈਗਾ ਕਿ ਵੀ ਗਾਜ਼ਾ ਸਟ੍ਰਿਪ ਬਿਲਕੁਲ ਖਾਲੀ ਕਰਾ ਲਈ ਜਾਵੇ। ਹਾਲਾਂਕਿ ਦੋਨੇ ਪਾਸੇ, ਜਿਵੇਂ ਆਪਾਂ ਇਜ਼ਰਾਈਲ ਵਾਲੇ ਪਾਸੇ ਵੀ ਕਹੀਏ, ਫਲਸਤੀਨ ਯਾਸਰ ਅਰਾਫਾਤ ਨੂੰ ਇੱਕ ਪਹਿਲਾਂ ਤਾਂ ਮੰਨਿਆ ਜਾਂਦਾ ਸੀ ਕਿ ਬੜੇ ਕ੍ਰਾਂਤੀਕਾਰੀ, ਹੌਲੀ ਹੌਲੀ ਆਉਂਦਿਆਂ ਯਾਸਰ ਅਰਾਫਾਤ ਦੀ ਪੋਲੀਟਿਕਸ ਨੂੰ ਇੱਕ ਮਤਲਬ ਸਟੈਬਲਿਸ਼ਮੈਂਟ ਦੀ ਪੋਲੀਟਿਕਸ ਸੀ, ਬਾਅਦ 'ਚੋਂ ਫਲਸਤੀਨੀ ਮੰਨਣ ਲੱਗ ਗਏ ਸੀਗੇ ਕਿ ਯਾਸਰ ਅਰਾਫਾਤ ਦੀ ਜਿਹੜੀ ਪਾਰਟੀ ਆ ਉਹ ਬੜੀ ਇੱਕ ਸਟੈਬਲਿਸ਼ ਪਾਰਟੀ ਹੈ। ਜਿਵੇਂ ਮੰਨ ਲਓ ਐਂ ਕਹਿਣਾ ਹੋਵੇ ਅਕਾਲੀ ਦਲ ਦੇ ਪੁਰਾਣੇ ਸਟੈਂਡ ਤੇ ਬਾਅਦ ਦੇ ਸਟੈਂਡ, ਇਸੇ ਤਰੀਕੇ ਨਾਲ ਜਿਵੇਂ ਮੰਨ ਲਓ 47-48 'ਚ ਦੇਖਣਾ ਹੋਵੇ, ਜੋ ਹਿੰਦੂ ਮਹਾਸਭਾ ਕਹਿ ਰਹੀ ਸੀ ਤੇ ਜੋ RSS ਕਹਿ ਰਹੀ ਸੀ, ਕੁਝ ਡਿਫਰੈਂਸ ਸੀਗਾ। ਯਾਨੀ ਹਿੰਦੂ ਮਹਾਸਭਾ ਜਾ ਕੇ ਦੇ ਨੱਥੂਰਾਮ ਗੌਂਡਸੇ ਨੂੰ ਕਿਹਾ ਜਾਂਦਾ, ਉਹ ਜਿਸ ਤਰੀਕੇ ਨਾਲ ਗਾਂਧੀ ਦਾ ਕਤਲ ਕਰਦੇ ਆ, ਤੇ RSS ਉਹ ਲਾਈਨ ਲੈਣ ਤੋਂ ਬਚਦੀ ਰਹੀ ਹੈਗੀ ਹਮੇਸ਼ਾ ਕਿ ਟਕਰਾਅ ਦੀ ਲਾਈਨ ਸਿੱਧੀ ਨਾ ਹੋਵੇ। ਉਸ ਤਰੀਕੇ ਦੇ ਯਾਨੀ ਰਾਈਟ ਵਿੰਗ ਦੀ ਚਾਹੇ ਹਮਾਸ ਤੇ ਉੱਥੋਂ ਦੀਆਂ ਪਾਰਟੀਆਂ ਨੇ, ਤੇ ਚਾਹੇ ਇਜ਼ਰਾਈਲ ਦੀਆਂ ਪਾਰਟੀਆਂ, ਉਸ ਤਰ੍ਹਾਂ ਦਾ ਟਕਰਾਅ। ਹਾਂਜੀ, ਹਮਾਸ ਜਿਹੜੀ ਹੈਗੀ ਉਹਦਾ ਬਹੁਤ ਰੈਡੀਕਲ ਸਟੈਂਡ। ਹਮਾਸ ਦੇ ਵਿੱਚ ਤੇ PLO ਦੇ ਸਟੈਂਡ ਦੇ ਵਿੱਚ ਇੱਕ ਫੰਡਾਮੈਂਟਲ ਜਾਂ ਫਤਿਹ ਗਰੁੱਪ ਦੇ ਜਿਹੜਾ ਹੈਗਾ ਉਹਦੇ 'ਚ ਫੰਡਾਮੈਂਟਲ ਡਿਫਰੈਂਸ ਇਹ ਆ ਕਿ ਹਮਾਸ ਇਹ ਕਹਿੰਦਾ ਹੈ ਕਿ ਵੀ ਇੱਥੇ ਇਜ਼ਰਾਈਲ ਐਗਜ਼ਿਸਟ ਹੀ ਨਹੀਂ ਕਰਨਾ ਚਾਹੀਦਾ, ਮਤਲਬ ਐਗਜ਼ਿਸਟੈਂਸ਼ੀਅਲ ਥ੍ਰੈਟ ਪੋਜ਼ ਕਰਦਾ। ਹਾਲਾਂਕਿ ਇਹ ਉਹਦੀ ਥਿਓਰੀ 'ਚ ਆ, ਪ੍ਰੈਕਟੀਕਲ ਗਰਾਊਂਡ ਦੇ ਉੱਤੇ ਉਹ ਪੋਲੀਟਿਕਸ ਜਿਹੜੀ ਕਰਦਾ ਉਹ ਪ੍ਰੈਗਮੈਟਿਕ ਕਰਦਾ। ਤੇ ਜਿਹੜਾ PLO ਆ ਉਹ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਸੈਕੂਲਰ ਆ, ਤੇ ਉਹ ਮਤਲਬ ਇਹ ਨਹੀਂ ਕਿ ਉਹ ਇਸਲਾਮਿਕ ਹੈ, ਪਰ ਉਹ ਥੋੜ੍ਹਾ ਜਿਹਾ ਲੀਨਿੰਗ ਲੈਂਦਾ ਕਿ ਅਸੀਂ ਕੋ ਐਗਜ਼ਿਸਟ ਕਰ ਸਕਦੇ ਹਾਂ।
ਪਰ ਜਿਹੜਾ ਹਮਾਸ ਗਰੁੱਪ ਆ ਇਹਨੇ ਹੌਲੀ ਹੌਲੀ ਇਹਦੇ ਨਾਲ ਜ਼ਿਆਦਾ ਲੋਕਾਂ ਦੀ ਅਟੈਚਮੈਂਟ ਹੋਈ ਹੈ, ਕਿਉਂਕਿ ਗਾਜ਼ਾ ਸਟ੍ਰਿਪ ਜਿਹੜੀ ਗਾਜ਼ਾ ਪੱਟੀ ਆ ਉਹਦੇ ਵਿੱਚ ਤਕਰੀਬਨ 2/3 ਜਿਹੜੇ ਆ ਲੋਕ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਆ। ਉੱਥੇ ਪਾਣੀ ਦੀ ਵੀ ਕਿੱਲਤ ਆ ਅੱਜ ਦੀ ਡੇਟ 'ਚ, ਤੇ ਜਿਸ ਤਰੀਕੇ ਨਾਲ ਉਹ ਸਟ੍ਰਾਈਕਸ ਕਰ ਰਿਹਾ ਇਜ਼ਰਾਈਲੀ, ਤਾਂ ਉਹਨਾਂ ਦਾ ਹੋਰ ਜ਼ੋਰ ਵੱਧਦਾ ਜਾ ਰਿਹਾ ਹਮਾਸ ਦਾ, ਉਹ ਰੀਅਲ ਪ੍ਰੋਟੈਕਟਰਸ ਦੇ ਤੌਰ ਤੇ ਅਮਰ ਜੋ ਰਿਹਾ। ਦੂਜੀ ਗੱਲ ਜਿਹੜੀ ਹਮਾਸ ਦੀ ਇੱਕ ਕੁਆਲਿਟੀ ਆ ਕਿ ਉਹਨਾਂ ਨੇ ਐਜੂਕੇਸ਼ਨ ਵੀ ਬਹੁਤ ਕੀਤੀ ਆਪਦੇ ਲੋਕਾਂ ਦੀ ਆਪਦੇ ਆਈਡੀਓਲੋਜੀ ਨਾਲ, ਬਟ ਨਾਲ ਸੋਸ਼ਲ ਵਰਕ ਬਹੁਤ ਕੀਤਾ ਉਸ ਏਰੀਆ 'ਚ। ਜਿੰਨਾ ਹੈਗੇ ਆ ਜਿਹੜੇ ਫਲਸਤੀਨੀ ਆ ਉਹਨਾਂ ਨੂੰ ਸੋਸ਼ਲ ਵਰਕ ਜਿੰਨਾ ਕੀਤਾ, ਉਹਦੇ ਨਾਲ ਉਹਨਾਂ ਨੂੰ ਉੱਥੋਂ ਕਾਡਰ ਬੜਾ ਸਟਰੋਂਗ ਮਿਲਦਾ ਪਿਆ। ਤੇ ਜਿਹੜੀ ਫਤਿਹ ਗਰੁੱਪ ਹੈਗਾ, ਜਿਹੜਾ PLO ਦਾ ਗਰੁੱਪ ਹੈਗਾ, ਉਹਨੂੰ ਜਨਰਲੀ ਕਰਪਟ ਵੇਖਿਆ ਜਾਂਦਾ ਹੈ। ਹਾਲਾਂਕਿ ਕਰਪਸ਼ਨ ਐਡਾ ਵੱਡਾ ਇਸ਼ੂ ਨਹੀਂ ਗਾ ਫਲਸਤੀਨੀਆਂ ਵਾਸਤੇ, ਉਹ ਸੈਕੰਡਰੀ ਆ ਕਿਹਾ ਜਾਂਦਾ ਮੇਨ, ਬਟ ਉਹਨਾਂ ਦੀ ਐਗਜ਼ਿਸਟੈਂਸ਼ੀਅਲ ਥ੍ਰੈਟ ਜਿਹੜੀ ਉਹ ਮੇਨ ਹੈਗੀ ਆ। ਤੇ ਇਸ ਟਾਈਮ ਜਿਹੜਾ ਫਲਸਤੀਨੀਆਂ ਦੇ ਵਿੱਚ ਹਿਊਮੈਨਿਟੇਰੀਅਨ ਕ੍ਰਾਈਸਿਸ ਮੈਨੂੰ ਇਹ ਵੀ ਸਮਝਿਆ ਜਾਂਦਾ ਜਿਵੇਂ ਕਸ਼ਮੀਰ ਦੇ ਅੰਦਰ ਮਤਲਬ ਇੱਕ ਪਾਸੇ ਯਾਸਿਨ ਮਲਿਕ ਮੀਰਵਾਈਜ਼ ਯਾਨੀ ਇੱਕ ਪਾਸੇ ਹੁਰੀਅਤ ਦੇ ਉਹ ਧੜੇ ਤੇ ਦੂਜੇ ਪਾਸੇ ਉੱਥੋਂ ਦੀ ਜਿਹੜੀ ਖਾੜਕੂ ਲਹਿਰ ਨਾਲ ਜੁੜੇ ਹੋਏ ਜੈਸ਼ ਏ ਮੁਹੰਮਦ ਜਾਂ ਹਿਜ਼ਬੁਲ। ਅਸਲ ਜੀ ਸਾਰੇ ਜਿਹੜੇ ਹੁੰਦੇ ਆ, ਆਪਾਂ ਵੇਖਿਆ ਹੀ ਆ ਪਿਛਲੇ ਟ੍ਰੈਂਡ ਕਿ ਪਹਿਲਾਂ ਉਹ ਗਰਮ ਹੋ ਕੇ ਲੋਕਾਂ ਨੂੰ ਆਪਦੇ ਨਾਲ ਲਾਉਂਦੇ ਆ, ਫਿਰ ਅਲਟੀਮੇਟਲੀ ਜਦੋਂ ਟੇਬਲ ਤੇ ਆ ਕੇ ਬੈਠ ਜਾਂਦੇ ਹੈਗੇ ਆ ਤਾਂ ਉਦੋਂ ਉਹਨਾਂ ਨੂੰ ਉਹ ਪੋਲਿਟਿਕਸ ਦੂਜੀ ਐਡਜਸਟਮੈਂਟ ਕਰਨੀ ਪੈਂਦੀ ਆ। ਬਾਦਲ ਵਰਸਸ ਜਿਹੜੀ ਹਾਰਡਲਾਈਨਰਸ ਕੋਸ਼ਿਸ਼ ਕਰਦੇ ਆ, ਤਾਂ ਉਹ ਹਾਰਡਲਾਈਨਰ ਜਿੱਥੇ ਵੀ ਆਉਣਗੇ ਉਹ ਪਹਿਲਾਂ ਇੱਕ ਵਾਰੀ ਜੇ ਸਿਚੁਏਸ਼ਨ ਅੱਗੋਂ ਰੈਜ਼ਿਸਟੈਂਸ ਦੀ ਆ ਜਾਏ ਤਾਂ ਹਾਰਡਲਾਈਨਰਸ ਨਾਲ ਲੋਕ ਲੱਗ ਜਾਂਦੇ ਹੈਗੇ ਆ। ਹਮਾਸ ਨਾਲ ਵੀ ਉਵੇਂ ਲੋਕ ਉੱਥੋਂ ਦੇ ਲੱਗੇ ਆ, ਬਿਕੋਜ਼ ਸਿਚੁਏਸ਼ਨ ਇੰਨੀ ਮਾੜੀ ਆ ਕਿ ਜੀਵਨ ਹੀ ਇੰਨਾ ਬੁਰਾ, ਫਰਸਟ੍ਰੇਸ਼ਨਸ ਦਾ ਭਰਿਆ ਹੋਇਆ ਕਿ ਹੋਰ ਕੋਈ ਚਾਰਾ ਹੀ ਹੈ ਨਹੀਂ ਉੱਥੇ। ਕਿ ਮੈਂ ਇੰਟਰਨੈਸ਼ਨਲ ਪੋਲਿਟਿਕਸ 'ਚ ਵੀ ਇਹਨੂੰ ਸਮਝਣਾ ਚਾਹੁੰਦਾ, ਇਹਦੇ ਅਸਰ ਕੀ ਪੈਣਗੇ, ਕੀ ਅਮਰੀਕਾ ਬਾਈਡਨ ਤੋਂ ਆਉਣ ਤੋਂ ਬਾਅਦ ਜਿਵੇਂ ਤੁਸੀਂ ਕਹਿ ਰਹੇ ਹੋ ਹੋਰ ਜ਼ਿਆਦਾ ਉਹਨਾਂ ਨੂੰ ਸਪੋਰਟ ਮਿਲੀ ਹੈਗੀ ਤੇ ਇਜ਼ਰਾਈਲ ਨੂੰ, ਕੀ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਹੋਰ ਤਿੱਖੀ ਇੰਟਰਨੈਸ਼ਨਲ ਪੋਲਿਟਿਕਸ 'ਚ ਦਾ ਅਸਰ ਦੇਖਣ ਨੂੰ ਮਿਲੂ? ਐਜ਼ ਆਫ ਨਾਓ ਤਾਂ ਬਾਈਡਨ ਦੀ ਜਿਹੜੀ ਗਵਰਨਮੈਂਟ ਆ ਉਹ ਇਹਨੂੰ ਸਾਈਡ ਲਾਈਨ ਕਰਕੇ ਹੀ ਚੱਲਣਾ ਚਾਹੁੰਦੀ ਹੈ ਕਿ ਲੈਟ ਇਜ਼ਰਾਈਲ ਹੈਂਡਲ ਇਟ, ਜਿਵੇਂ ਕਹਿੰਦੇ ਆ ਕਿ ਇਜ਼ਰਾਈਲ ਨੂੰ ਖੁੱਲ੍ਹਾ ਦੇ ਦਿਓ, ਕਿਉਂਕਿ ਉਹਦੇ ਜਿਹੜਾ ਟਾਰਗੇਟ ਹੈਗਾ ਜਾਂ ਉਹਦਾ ਮੇਨ ਟਾਰਗੇਟ ਉਹ ਚੀਨ ਆ। ਪਰ ਚਾਈਨਾ ਨੇ ਇਸ ਚੀਜ਼ ਨੂੰ UN ਸਿਕਿਉਰਿਟੀ ਕਾਊਂਸਲ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਤੇ ਇੱਥੋਂ ਤੱਕ ਕਿਹਾ ਸੀਗਾ ਕਿ ਵੀ ਚਾਈਨਾ ਨੇ ਤੇ 2-3 ਮੁਲਕਾਂ ਹੋਰਾਂ ਨੇ, ਟਿਊਨੀਸ਼ੀਆ ਨੇ, ਕਿ ਵੀ ਇਹਨੂੰ ਤੁਸੀਂ ਓਪਨ ਡਿਸਕਸ਼ਨ ਕਰੋ ਇਹਦੇ ਉੱਤੇ ਆਪਣਾ ਸਾਈਬਰ ਸਪੇਸ ਦੇ ਵਿੱਚ। ਤਾਂ UNO ਦੇ ਵਿੱਚ USA ਨੇ ਤਕਰੀਬਨ ਪਹਿਲਾਂ ਤੋਂ ਬਲੌਕ ਕਰਦਾ ਆਇਆ, ਜੇ ਇਜ਼ਰਾਈਲ ਦੇ ਅਗੇਂਸਟ ਕੋਈ ਵੀ ਮਤਾ ਆਉਂਦਾ ਤਾਂ USA ਉਹਨੂੰ ਬਲੌਕ ਕਰ ਦਿੰਦਾ, ਤੇ ਐਤਕੀ ਵਾਰੀ ਵੀ ਉਹਨੇ ਬਲੌਕ ਕਰਤਾ। ਪਰ ਮੋਟਾ ਜੋ ਦੇਖਣ 'ਚ ਆ ਰਿਹਾ ਉਹ ਇਹ ਹੈਗਾ ਕਿ ਉਹ ਹਮਾਸ ਨੂੰ, ਇਜ਼ਰਾਈਲ ਚਾਹੁੰਦਾ ਹੈ ਕਿ ਵੀ ਹੁਣ ਮੌਕਾ ਹੈਗਾ ਇਸ ਟਾਈਮ ਮੈਂ ਆਪਦੀ ਐਗਜ਼ਿਸਟੈਂਸ਼ੀਅਲ ਥ੍ਰੈਟ ਖਤਮ ਕਰ ਜਾਵਾਂ। ਬੈਂਜਾਮਿਨ ਨੇਤਨਯਾਹੂ ਚਾਹੁੰਦਾ ਕਿ ਵੀ ਮੈਂ ਪਾਵਰ 'ਚ ਆ ਜਾ। ਤੇ ਪਿੱਛੇ ਜੇ ਉਹਨਾਂ ਨੇ ਅਰਬ ਵਰਲਡ ਦੇ ਲੋਕਾਂ ਨਾਲ, ਜਿਵੇਂ UAE ਨਾਲ ਵੀ ਇੱਕ ਸਮਝੌਤਾ ਸਾਈਨ ਕਰ ਲਿਆ ਸੀ, ਉਸੇ ਤਰੀਕੇ ਨਾਲ ਉਹ ਚਾਹੁੰਦੇ ਆ ਕਿ ਅਸੀਂ ਸਮਝੌਤੇ ਸਾਈਨ ਕਰ ਲਈਏ। ਤੇ ਅਰਬ ਸਟੇਟਸ ਦੇ ਜਿਹੜੇ ਹੈਡਸ ਆ ਉਹ ਵੀ ਬੜੇ ਰਿਲੈਕਟੈਂਟ ਹੈਗੇ ਆ, ਉਹ ਪੰਗਾ ਲੈਣਾ ਨਹੀਂ ਚਾਹੁੰਦੇ ਇਜ਼ਰਾਈਲ ਨਾਲ ਕਿਸੇ ਤੌਰ ਤੇ। ਖਾਸ ਕਰਕੇ ਜਿਵੇਂ ਜਾਰਡਨ ਦੇ ਵਿੱਚ 60% ਫਲਸਤੀਨੀ ਆ, ਜਾਰਡਨ ਦੇ ਰਾਜੇ ਦੀ ਵਾਈਫ ਵੀ ਫਲਸਤੀਨੀ ਹੈਗੀ ਆ, ਤੇ ਉਹਨੂੰ ਬਹੁਤ ਡਰ ਹੈ ਕਿ ਵੀ ਅਸੀਂ ਕਿਤੇ ਇਸ ਲੜਾਈ ਜਾਂ ਇਸ ਜੰਗ ਦੇ ਵਿੱਚ ਘਿਰ ਨਾ ਜਾਈਏ। ਉਸੇ ਤਰ੍ਹਾਂ ਈਜਿਪਟ ਵਾਸਤੇ ਵੀ ਗਾਜ਼ਾ ਸਟ੍ਰਿਪ ਦੇ ਉੱਤੇ ਜੇ ਹਮਾਸ ਸਟਰੋਂਗ ਹੋ ਜਾਂਦਾ ਤਾਂ ਉਹਦੇ ਵਾਸਤੇ ਵੀ ਇਜਿਪਟ ਦੇ ਅੰਦਰ ਵੀ ਖਤਰਾ ਹੋ ਜਾਂਦਾ, ਬਿਕੋਜ਼ ਹਮਾਸ ਜਿਹੜਾ ਹੈਗਾ ਇਹ ਮੁਸਲਿਮ ਬ੍ਰਦਰਹੁੱਡ ਚੋਂ ਨਿਕਲਿਆ ਹੋਇਆ ਗਰੁੱਪ ਹੈਗਾ, ਤੇ ਉਹ ਕਿਤੇ ਨਾ ਕਿਤੇ ਈਰਾਨ ਤੋਂ ਵੀ ਡਰॉ ਕਰਦਾ ਹੈ। ਜਿਹੜੀ ਮਿਜ਼ਾਈਲ ਟੈਕਨੋਲੋਜੀ ਉਹ ਸਾਰੀ ਈਰਾਨ ਨੇ ਦਿੱਤੀ ਵੀ ਆ। ਈਰਾਨ ਦੇ ਹਿਜ਼ਬੁੱਲਾ ਗਰੁੱਪ ਨੇ ਲੈਬਨਾਨ 'ਚ ਵੀ ਮਿਜ਼ਾਈਲਸ ਲਾ ਕੇ ਰੱਖੀਆਂ ਵੀ, ਸੀਰੀਆ 'ਚ ਵੀ ਲਾ ਕੇ ਰੱਖੀਆਂ। ਸੋ ਇਜ਼ਰਾਈਲ ਵਾਸਤੇ ਵੀ ਉਹਨਾਂ ਸੌਖਾ ਨਹੀਂ ਗਾ, ਪਰ ਕਿੰਨੀ ਕੁ ਦੇਰ ਹਮਾਸ ਲੜ ਸਕਦਾ ਹੈ। ਇਜ਼ਰਾਈਲ ਹੁਣ ਅਗਲੀ ਉਹਦੀ ਰਣਨੀਤੀ ਇਹ ਹੈ ਕਿ ਅਸੀਂ ਅੰਦਰ ਵੜਾਂਗੇ ਤੇ ਈਰਾਨ ਦਾ ਟਕਰਾਅ ਆਉਣਾਗਾ ਉਹ ਵੀ ਹੋਰ ਤਿੱਖਾ ਹੋ ਸਕਦਾ। ਹਾਂਜੀ, ਇਹ ਪ੍ਰੋਕਸੀ ਵਾਰ ਕਹਿ ਸਕਦੇ ਆ। ਜਿਹੜੀ ਇਹ ਲੜਾਈ ਜੋ ਚੱਲ ਰਹੀ ਆ, ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਈਰਾਨ ਦੀ ਤੇ ਅਮਰੀਕਾ ਦੀ ਇੱਕ ਪ੍ਰੋਕਸੀ ਜੰਗ ਹੀ ਚੱਲ ਰਹੀ ਆ। ਉੱਥੇ ਪਹਿਲਾਂ ਵੇਖੋ ਯਮਨ 'ਚ ਚੱਲੀ ਸੀ, ਉਹ ਯਮਨ ਨੇ ਹਿੱਟ ਕੀਤੀਆਂ ਸੀ ਸਾਊਦੀ ਅਰੇਬੀਆ ਦੀਆਂ ਆਇਲ ਇੰਸਟਾਲੇਸ਼ਨਸ, ਉਹ ਵੀ ਇਰਾਨੀਅਨ ਮਿਜ਼ਾਈਲਸ ਨਾਲ ਕੀਤੀਆਂ ਸੀ। ਸੋ ਇਹ ਜਿਹੜੀ ਮਿਜ਼ਾਈਲ ਟੈਕਨੋਲੋਜੀ ਹੈਗੀ ਆ, ਇਹ ਠੀਕ ਆ, ਇਹ ਆਇਰਨ ਡੋਮ ਬਣ ਰਹੇ ਆ, ਉਹਨੂੰ ਪ੍ਰੋਟੈਕਟ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮਿਜ਼ਾਈਲਸ ਜਿਹੜੀ ਆ ਇੱਕ ਪੁਆਇੰਟ ਆਫ ਇਨਫਲੈਕਸ਼ਨ ਕਹਿ ਦਿਓ ਜਾਂ ਕੂਣੀ ਮੋੜ ਕਹਿ ਦਿਓ ਆ ਗਿਆ ਵਰਲਡ ਦੇ ਵਿੱਚ ਲੜਾਈਆਂ 'ਚ। ਇਹ ਪਹਿਲਾਂ ਉਦੋਂ ਆਇਆ ਸੀ ਜਦੋਂ ਕਿਤੇ ਜਿਹੜੀਆਂ ਤੋਪਾਂ ਤੋਂ ਹਟ ਕੇ ਆਪਾਂ ਮੈਚ ਲੌਕਸ 'ਤੇ ਆਏ ਸੀ ਵੀ ਘੋੜੇ ਦੇ ਉੱਤੇ ਗਨ ਨਾਲ ਲੜ ਸਕਦੇ ਸੀਗੇ, ਘੁੜਸਵਾਰ ਜਿਹੜੇ ਸੀ ਆਪਣਾ ਬੰਦੂਕ ਨਾਲ ਲੜ ਸਕਦੇ ਸੀ। ਹੁਣ ਜਿਹੜੀ ਮਿਜ਼ਾਈਲ ਟੈਕਨੋਲੋਜੀ ਇਹ ਅਗਲੀ ਸਟੈਪ ਆ ਗਿਆ, ਤੇ ਇਹ ਮਿਜ਼ਾਈਲਸ ਜਿਹੜੀਆਂ ਹੈਗੀਆਂ ਇਹ ਅਸਰ ਤਾਂ ਪਾਉਣਗੀਆਂ ਜੀ। ਹੁਣ ਇਹ ਫੋਰਸ ਹੋ ਜਾਊਗਾ ਇਜ਼ਰਾਈਲ ਕਿ ਉਹ ਹਮਾਸ ਦੇ ਵਿੱਚ ਐਂਟਰ ਕਰ, ਚਾਹੇ ਡੈਮੋਕ੍ਰੇਟ ਹੋਣ ਚਾਹੇ ਰਿਪਬਲਿਕਨ ਹੋਣ, ਪਾਲਿਸੀ ਉਹਨਾਂ ਦੀ ਹਮੇਸ਼ਾ ਇੱਕ ਰਹਿੰਦੀ ਹੈ ਕਿ ਦੁਨੀਆ ਦੇ ਖਿੱਤਿਆਂ 'ਚ ਡਿਸਟਰਬੈਂਸ ਜੇ ਹੋਊਗੀ ਤਾਂ ਫਿਰ ਉੱਥੇ ਉਹ ਜਾ ਕੇ ਚੌਧਰੀ ਬਣਨਗੇ। ਅਮਰੀਕਾ ਦੀ ਚੌਧਰ ਕਿਵੇਂ ਕਾਇਮ ਰਹੇਗੀ ਦੁਨੀਆ ਦੇ ਉੱਤੇ? ਤਾਂ ਕੀ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾਵੇ? ਕਿਉਂਕਿ ਪਾਲਿਸੀ 'ਚ ਤਾਂ ਕੋਈ ਜ਼ਿਆਦਾ ਫਰਕ ਨਹੀਂ ਪਏਗਾ। ਹਾਲਾਂਕਿ ਟਰੰਪ ਇੱਕ ਲੈਵਲ 'ਤੇ ਬਹੁਤ ਸਾਰੀਆਂ ਚੀਜ਼ਾਂ ਵਿਡਰਾਅ ਕਰਨਾ ਚਾਹੁੰਦੇ ਸੀਗੇ,
ਪਰ ਰਿਪਬਲਿਕਨ ਦਾ ਡੈਮੋਕ੍ਰੇਟ ਦਾ ਆਪਾਂ ਤਕਰੀਬਨ ਇਹ ਪਾਲਿਸੀ ਉਸੇ ਦੀ ਫਰਦਰ ਐਕਸਟੈਂਸ਼ਨ ਹੀ ਹੈਗੀ ਆ। ਪਾਲਿਸੀ ਦੇਖੋ, ਫੋਰਨ ਪਾਲਿਸੀ ਚਾਹੇ ਭਾਰਤ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਕੋਈ, ਉਹ ਡਿਕਟੇਟ ਹੁੰਦੀਆਂ ਉਹਦੀਆਂ ਸਿਚੁਏਸ਼ਨਸ ਤੋਂ। ਉਹ ਪਾਰਟੀਆਂ ਦੇ ਆਉਣ ਨਾਲ ਕੋਈ ਥੋੜ੍ਹੀ ਬਹੁਤ ਤਿੱਖੀ ਜਾਂ ਸੌਫਟ ਹੋ ਸਕਦੀ ਹੈ, ਪਰ ਲਾਰਜ ਡਿਫਰੈਂਸ ਨਹੀਂ ਉਹਦੇ ਸਪੈਕਟਰਮ ਦੇ ਉੱਤੇ ਪੈਂਦਾ। ਉਹਦੀ ਜਿਹੜੀ ਫੋਰਨ ਪਾਲਿਸੀ ਉਹ ਉਵੇਂ ਹੀ ਰਹੂਗੀ। ਇਸੇ ਤਰੀਕੇ ਨਾਲ ਜੇ ਹੁਣ ਇਹ ਜਿਹੜੀ ਪਾਲਿਸੀ ਸੀ, ਇਹ ਟਰੰਪ ਨੇ ਇਹਨੂੰ ਆਪਣਾ ਸਟਿਫਨ ਕੀਤਾ ਸੀਗਾ ਕਿ ਉਹਨੇ ਜੈਰੂਸਲਮ ਨੂੰ ਜਦੋਂ ਕੈਪੀਟਲ ਮੰਗ ਲਿਆ ਸੀਗਾ ਇਜ਼ਰਾਈਲ ਦਾ, ਤੇ ਬਾਈਡਨ ਨੇ ਇੱਕ ਤਰ੍ਹਾਂ ਉਹਨੂੰ ਦੇਤਾ ਹੈ ਕਿ ਵੀ ਤੂੰ ਜੋ ਮਰਜ਼ੀ ਕਰ ਲਾ, ਸਾਨੂੰ ਕੋਈ ਪ੍ਰੋਬਲਮ ਨਹੀਂ। ਸੋ ਇੱਕ ਤਰ੍ਹਾਂ ਅਮਰੀਕਾ ਦੀ ਬੈਕਿੰਗ ਹੈ ਉਹਨੂੰ, ਤੇ ਅਮਰੀਕਾ ਕਿਤੇ ਨਾ ਕਿਤੇ ਈਰਾਨ ਨਾਲ ਉਹ ਪ੍ਰੋਕਸੀ ਵਾਰ ਉੱਥੇ ਲੜ ਵੀ ਰਿਹਾ। ਤੇ ਆਪਾਂ ਨੂੰ ਵੀ ਇਹ ਪਤਾ ਲੱਗੂਗਾ ਕਿ ਵੇਖੋ ਮਿਜ਼ਾਈਲਸ ਜਿਹੜੀਆਂ ਹੈਗੀਆਂ ਉਹ ਕੀ ਗਲੋਬਲ ਆਰਡਰ ਦੇ ਵਿੱਚ ਫਰਕ ਪਾ ਸਕਦੀਆਂ ਕਿ ਨਹੀਂ ਪਾ ਸਕਦੀਆਂ। ਦੂਸਰਾ ਇੱਕ ਹੋਰ ਬੜੀ ਉੱਥੇ ਗੱਲ ਹੋਈ ਵੀ ਚੀਨ ਤੇ ਰੂਸ ਵੀ ਕਿਤੇ ਜਿਹੜੇ ਹੈਗੇ ਉਹ ਫਲਸਤੀਨ ਦੇ ਹੱਕ 'ਚ ਖੜ੍ਹਦੇ ਨਜ਼ਰ ਆਉਂਦੇ ਆ। ਜਿਹੜਾ ਪੁਟਿਨ ਸੀ ਉਹ ਕੁਛ ਚਿਰ ਪਹਿਲਾਂ ਸਲਾਹੁਦੀਨ ਅਯੂਬੀ ਦੀ ਕਬਰ ਦੇ ਉੱਤੇ ਹੋ ਕੇ ਗਿਆ ਸੀ। ਸਲਾਹੁਦੀਨ ਅਯੂਬੀ ਉਹ ਬੰਦਾ ਸੀ ਜਿਹਨੇ ਕ੍ਰਿਸਚੀਅਨਸ ਨੂੰ ਧੱਕ ਕੇ ਤੇ ਜੈਰੂਸਲਮ ਲਿਆ ਸੀਗਾ, ਮਤਲਬ ਉਹਨਾਂ ਤੋਂ ਜੈਰੂਸਲਮ ਉਹਨੇ ਲਿਆ ਸੀ। ਤੇ ਜੈਰੂਸਲਮ ਇੱਕ ਬਹੁਤ ਇੰਪੋਰਟੈਂਟ ਸ਼ਹਿਰ ਹੈ, ਤੇ ਖਾਸ ਕਰਕੇ ਜਿੱਥੇ ਕਨਫਲਿਕਟ ਹੋ ਰਿਹਾ ਹੈ ਬਹੁਤ ਹੀ ਇੰਪੋਰਟੈਂਟ। ਦੋਵਾਂ ਦੇ ਵੱਡੇ ਧਾਰਮਿਕ, ਉਹ ਕਹਿੰਦੇ ਸਾਡਾ ਤੀਜਾ ਧਾਰਮਿਕ ਸਥਾਨ ਆ, ਫਲਸਤੀਨ ਵਾਲੇ ਮੰਨਦੇ ਆ, ਤੇ ਇਹ ਕਹਿੰਦੇ ਸਾਡਾ ਪਹਿਲਾ ਧਾਰਮਿਕ ਸਥਾਨ ਜਿਹੜੀ ਵੈਸਟਰਨ ਵਾਲ ਆ, ਜਿਹੜੀ ਵੇਲਿੰਗ ਵਾਲ ਆ ਜੀ, ਉਹ ਉਹਨਾਂ ਦਾ ਸੈਕੰਡ ਟੈਂਪਲ ਜਦੋਂ ਬਣਿਆ ਸੀਗਾ ਯਹੂਦੀਆਂ ਦਾ, ਤਾਂ ਉਹਦਾ ਹਿੱਸਾ ਹੈਗੀ ਆ। ਜਿਹੜਾ ਉਹ ਕੰਪਾਊਂਡ ਆ ਹਰਾਮ ਸ਼ਰੀਫ ਜਿਹੜਾ ਹੈਗਾ, ਉਹ ਤਕਰੀਬਨ ਸਾਰਿਆਂ ਵਾਸਤੇ ਹੀ ਪਾਏ ਸਨ, ਕ੍ਰਿਸਚੀਅਨਸ ਵਾਸਤੇ, ਆਪਣਾ ਯਹੂਦੀਆਂ ਵਾਸਤੇ ਹਜ਼ਾਰਾਂ ਸਾਲ ਇਹ ਲੜਦੇ ਰਹੇ ਉਹਦੇ ਵਾਸਤੇ। ਤੇ ਜਿਹੜਾ ਅਲ ਅਕਸਾ ਮੌਸਕ ਹੈਗਾ, ਜਿਹੜਾ ਜਿੱਥੇ ਹੁਣ ਇਹ ਮੇਨ ਜਿਹਦੀ ਗੱਲ ਚੱਲ ਰਹੀ ਆ, ਉਹ ਇਹ ਗਿਣਿਆ ਜਾਂਦਾ ਹੈ ਕਿ ਮੁਹੰਮਦ ਸਾਹਿਬ ਜਿਹੜੇ ਆ ਇੱਥੋਂ ਉਹਨਾਂ ਨੇ ਜਦੋਂ ਉਹਨਾਂ ਨੇ ਹੈਵਨ ਦੀ ਫਲਾਈਟ ਲਈ ਸੀ ਜਾਂ ਸਵਰਗਾਂ ਦੀ ਫਲਾਈਟ ਲਈ ਸੀ, ਖੁਦਾ ਨੇ ਉਹਨਾਂ ਨੂੰ 7 ਸਵਰਗ ਦਿਖਾਏ ਸੀ, ਤਾਂ ਇੱਥੋਂ ਉਹਨਾਂ ਨੇ ਉਹ ਫਲਾਈਟ ਲਈ ਸੀ, ਤੇ ਇੱਥੇ ਹੀ ਰਾਤ ਨੂੰ ਵਾਪਸ ਆ ਕੇ ਤੇ ਵਾਪਸ ਮਦੀਨੇ ਜਾਂ ਮੱਕੇ ਚਲੇ ਗਏ ਸੀ। ਸੋ ਇਹ ਉਹਨਾਂ ਵਾਸਤੇ ਵੀ ਬਹੁਤ ਇੰਪੋਰਟੈਂਟ, ਤੀਜੇ ਇੰਪੋਰਟੈਂਟ ਆ। ਹਾਲਾਂਕਿ ਇਹਦੀ ਇੰਪੋਰਟੈਂਸ ਦੇ ਕਾਰਨ ਫਿਰ ਹਿਸਟਰੀ ਜਦੋਂ ਜਾਣਦੇ ਆ ਉਹਦੇ ਬੜੇ ਡਿਫਰੈਂਟ ਆ ਕਿ ਇਹ ਐਕਚੁਅਲੀ ਖਲੀਫੇਟ ਦੀ ਇੱਕ ਦੂਜੇ ਨਾਲ ਲੜਾਈ ਸੀ। ਉਹ ਮੱਕੇ ਦੇ ਨਾਲੋਂ ਇਸ ਜਗ੍ਹਾ ਨੂੰ ਇੰਪੋਰਟੈਂਟ ਕਰਨਾ ਚਾਹੁੰਦੇ ਸੀ, ਤੇ ਇਹ ਵੀ ਕਿਹਾ ਜਾਂਦਾ ਵੀ ਉਹਨਾਂ ਨੇ ਇਹ ਮਿੱਥ ਜਾਂ ਇਹ ਸਿਰਜ ਦਿੱਤੀ। ਸਿੱਖਾਂ ਦੇ ਬਾਰੇ ਜਦੋਂ ਆਪਾਂ ਇਜ਼ਰਾਈਲ ਦੀ ਗੱਲ ਆਉਂਦੀ ਆ ਤਾਂ ਸਿੱਖਾਂ ਦੇ ਕੰਨ ਬੜੇ ਖੜੇ ਹੁੰਦੇ ਆ ਇਸ ਗੱਲ ਦੇ ਉੱਤੇ। ਤੇ ਸਿੱਖਾਂ 'ਚ ਹੁੰਦਾ ਹੈਗਾ ਕਿ ਜਿਵੇਂ ਯਹੂਦੀਆਂ ਨੇ, ਜਿਵੇਂ ਯਹੂਦੀਆਂ ਦਾ ਮੰਨਿਆ ਜਾਂਦਾ ਵੀ ਇੱਕ ਦੁਨੀਆ 'ਤੇ ਇੱਕੋ ਕੌਮ ਆ ਯਹੂਦੀ, ਜਿਹੜੀ ਸਭ ਤੋਂ ਪੜ੍ਹੇ ਲਿਖੀ, ਜਿਨ੍ਹਾਂ ਦੇ ਸਭ ਤੋਂ ਵੱਡੇ ਬਿਜ਼ਨਸਮੈਨ, ਜਿਹੜੇ ਦੁਨੀਆ ਦੀ ਹਰ ਸੱਤਾ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਜਦੋਂ ਗੱਲ ਹੁੰਦੀ ਆ ਇਜ਼ਰਾਈਲ ਦੀ, ਤੇ ਸਿੱਖ ਵੀ ਉਸ ਤਰੀਕੇ ਨਾਲ ਗੱਲ ਕਰਦੇ ਆ ਕਿ ਇਜ਼ਰਾਈਲ ਜਿੰਨਾ ਪਾਵਰਫੁਲ ਸਿੱਖ ਹੋਣ। ਕਿਤੇ ਨਾ ਕਿਤੇ ਹਾਂ, ਵੈਸੇ ਐਕਚੁਅਲੀ ਨਾ ਜੀ, ਜੇ ਆਪਾਂ ਇਹਨੂੰ ਦੇਖੀਏ ਤਾਂ ਇਹ ਜਿੰਨਾ ਚੱਲ ਰਿਹਾ ਹੈ, ਇਹਦਾ ਜੈਨੇਸਿਸ ਕੀ ਹੈ ਇਸ ਪ੍ਰੋਬਲਮ ਦਾ। ਮੈਂ ਜਿਵੇਂ ਕਿਹਾ ਨਾ ਕਿ ਇੱਕ ਇਮੋਸ਼ਨ ਆ, ਇੱਕ ਰੈਸ਼ਨਲ ਆ, ਇੱਕ ਨੀਚੇ ਹੋਰ ਵੱਡੇ ਉਹਦੇ ਬੇਸ ਬਣੀ ਆ ਕਿ ਕਾਰਨ ਕੀ ਹੈ ਸਾਰੀ ਕਨਫਲਿਕਟਸ ਦਾ। ਕਾਰਨ ਇਹ ਹੈ ਕਿ ਜਦੋਂ ਕਲੋਨੀਅਲ ਸਰਕਾਰਾਂ ਗਈਆਂ ਇੱਥੋਂ, ਜਦੋਂ ਕਲੋਨੀਅਲ ਮਾਸਟਰਸ ਗਏ, ਤਾਂ ਉਹਨਾਂ ਨੇ ਸਾਡੇ ਏਰੀਆ ਦੇ ਵਿੱਚ ਸੋਵਰੈਨਿਟੀ ਤੇ ਸੈਲਫ ਡਿਟਰਮੀਨੇਸ਼ਨ ਨੂੰ ਹਰ ਜਗ੍ਹਾ ਤੇ ਇੱਕ ਨੇਸ਼ਨਹੁੱਡ ਦੇ ਤੌਰ ਤੇ ਰੱਖਿਆ ਨਹੀਂ। ਉੱਥੇ ਕਨਫਲਿਕਟਸ ਹੈਗੇ ਆ, ਕਿਸੇ ਕੋਲੇ ਸੋਵਰੈਨਿਟੀ, ਕਿਸੇ ਕੋਲੇ ਹੈ ਸੈਲਫ ਡਿਟਰਮੀਨੇਸ਼ਨ, ਕੋਈ ਮੰਗਦਾ। ਤਾਂ ਉਹ ਜਿਹੜੇ ਡਿਸਫੰਕਸ਼ਨ ਆ ਗਿਆ, ਉਹਦੇ ਕਰਕੇ ਫਲਸਤੀਨ ਦਾ ਇਸ਼ੂ ਉੱਠਿਆ, ਉਹਦੇ ਕਰਕੇ ਹੋ ਰਿਹਾ। ਪਰ ਸਿੱਖ ਕਿਵੇਂ ਨਾ ਕਿਵੇਂ ਅਗਾਂਹ ਵਧੂ ਕੌਮ ਆ, ਚੰਗੇ ਲੜਾਕੇ, ਤਾਂ ਉਹ ਸਫਰਿੰਗ ਤੇ ਪਰਸੀਕਿਊਸ਼ਨ 'ਚ ਹੁਣ ਲੇਟਲੀ ਜਦੋਂ ਗਏ ਆ, ਪਰਸੀਕਿਊਸ਼ਨ 'ਚ ਗਏ ਆ, ਤਾਂ ਕਿਤੇ ਨਾ ਕਿਤੇ ਆਪਦੇ ਆਪ ਨੂੰ ਆਇਡੈਂਟੀਫਾਈ ਕਰਦੇ ਆ ਉਸ ਨਾਲ। ਹਾਲਾਂਕਿ ਆਰਮੀਨੀਅਨਸ ਵੀ ਗਏ ਆ, ਹੋਰ ਵੀ ਗਏ ਆ, ਪਰ ਬਹੁਤ ਲਾਰਜ ਡਿਫਰੈਂਸਿਸ ਆ, ਫਲਸਫੇ 'ਚ ਡਿਫਰੈਂਸਿਸ ਆ। ਜੇ ਉਹਨਾਂ ਦਾ ਤੁਸੀਂ ਧਰਮ ਪੜ੍ਹੋ ਤੇ ਜੇ ਸਿੱਖਾਂ ਦਾ ਪੜ੍ਹੋ ਤਾਂ ਬਹੁਤ ਡੀਪ ਡਿਫਰੈਂਸਿਸ ਆ। ਜਿਹੜਾ ਤੁਸੀਂ ਅੱਜ ਇਜ਼ਰਾਈਲ ਦੀ ਮੈਨੀਫੈਸਟੇਸ਼ਨ ਵੇਖ ਰਹੇ ਹੋ ਇੰਨੇ ਜ਼ਾਲਮ ਤਰੀਕੇ ਨਾਲ, ਜਿਵੇਂ ਜਾਬਰ ਹੋਇਆ ਹੋਇਆ ਫਲਸਤੀਨੀਆਂ ਤੇ, ਤਾਂ ਉਹ ਇਕੱਲਾ ਕੋਈ ਇਹ ਨਹੀਂ ਕਿ ਉਹ ਤਾਕਤਵਰ ਆ, ਤਾਂ ਉਹਦੀ ਜਿਹੜੀ ਐਬਰਾਹੈਮਿਕ ਰਿਲੀਜਨਸ ਆ ਉਹਦੇ ਵਿੱਚ ਇਹ ਪਈ ਵੀ ਆ ਉਸ ਆਈਡੀਓਲੋਜੀ 'ਚ ਕਿ ਅਸੀਂ ਜੀਨੋਸਾਈਡਸ ਕਰਨੀ ਆ। ਜੀਨੋਸਾਈਡ ਉੱਥੇ ਮਤਲਬ ਜਸਟੀਫਾਈ ਕੀਤੀਆਂ ਵੀ ਹੈਗੀਆਂ ਉਹਦੇ ਵਿੱਚ। ਤਾਂ ਇਹਦੇ ਵਿੱਚ ਜੇ ਸਿੱਖ ਫਲਸਫੇ ਨੂੰ ਲਈਏ ਤੇ ਯਹੂਦੀ ਫਲਸਫੇ ਨੂੰ ਲਈਏ ਤਾਂ ਬਹੁਤ ਅੰਤਰ ਆ। ਫਲਸਫੇ ਦੇ ਤੌਰ ਤੇ ਤੁਸੀਂ ਇਕੱਠੇ ਨਹੀਂ ਹੋਣਾ। ਪਰ ਇਹ ਕੀ ਯਹੂਦੀਆਂ ਨੇ ਇਹ ਗੱਲ ਨਹੀਂ ਸਿੱਖੀ? ਜਦੋਂ ਹਿਟਲਰ ਨੇ ਜੋ ਯਹੂਦੀਆਂ ਦੇ ਨਾਲ ਕੀਤਾ, ਉਹਦੇ ਤੋਂ ਬਾਅਦ ਵੀ ਉਹਨਾਂ ਦੇ ਥਾਟ ਪ੍ਰੋਸੈਸ 'ਚ ਕੋਈ ਚੇਂਜ ਨਹੀਂ ਆਈ ਕਿ ਭਾਈ ਸਾਡੀ ਕੌਮ ਨਾਲ ਐਂ ਹੋਇਆ, ਅਸੀਂ ਘੱਟੋ ਘੱਟ ਇੱਕ ਉਸ ਤਰ੍ਹਾਂ ਦੀ ਸੋਚ ਰੱਖੀਏ? ਇਹ ਆਪਾਂ ਖੈਰ ਇਹ ਇੱਕ ਕਹਿ ਨਹੀਂ ਸਕਦੇ, ਬਿਕੋਜ਼ ਜਿੱਥੇ ਹੁਣ ਇਜ਼ਰਾਈਲ ਹੈ ਉਹ ਤਾਂ ਇਜ਼ਰਾਈਲ ਦੇ ਉੱਤੇ ਜੀਓਪੋਲੀਟੀਕਲ ਜਿਹੜੀ ਐਗਜ਼ਿਸਟੈਂਸ਼ੀਅਲ ਥ੍ਰੈਟ ਆ। ਇਜ਼ਰਾਈਲ ਦੇ ਇੱਕ ਪਾਸੇ ਇਜ਼ਰਾਈਲ ਦੇ ਮੈਡੀਟਰੇਨੀਅਨ ਸਮੁੰਦਰ ਹੈਗਾ, ਦੂਜੇ ਪਾਸੇ ਇਜ਼ਰਾਈਲ ਦੇ ਜਿਹਨੂੰ ਵੈਸਟ ਬੈਂਕ ਕਹਿ ਦਿੰਦੇ ਆ, ਉਹ ਵੈਸਟ ਬੈਂਕ ਵਾਲਾ ਏਰੀਆ ਹੈਗਾ ਜਿਹਦੇ ਜਾਰਡਨ ਦਰਿਆ ਚੱਲਦਾ। ਉੱਤਰ ਵਾਲੇ ਪਾਸੇ ਉਹਦੇ ਜਿਹੜਾ ਨਾਰਥ ਵਾਲਾ ਪਾਸਾ, ਨਾਰਥ ਵਾਲੇ ਪਾਸੇ ਉਹਦੇ ਗੈਲੀਲੀ ਦੀ ਪਲੇਨਸ ਆ ਤੇ ਗੋਲਾਨ ਹਾਈਟਸ ਆ।
ਹਿਸਟੋਰੀਕਲੀ ਇਜ਼ਰਾਈਲ ਦੇ ਉੱਤੇ ਜਿਹੜੇ ਹਮਲੇ ਹੁੰਦੇ ਆ ਗੈਲੀਲੀ ਦੀ ਪਲੇਨਸ 'ਚ ਹੁੰਦੇ ਆਏ ਆ। ਨੀਚੇ ਉਹਦੇ ਨਗੇਵ ਡੈਜ਼ਰਟ ਆ ਸਿਨਾਈ ਦੇ ਨਾਲ ਆ। ਤੇ ਇਹ ਕੀ ਸੀ, ਜਦੋਂ 47 ਦੇ ਵਿੱਚ UNO ਨੇ ਇਹਨੂੰ ਵੰਡਿਆ ਫਲਸਤੀਨ ਤੇ ਇਜ਼ਰਾਈਲ ਦੇ ਵਿੱਚ, ਤਾਂ ਉਦੋਂ ਫਲਸਤੀਨੀਆਂ ਨੂੰ ਆਏ ਸੀਗੇ ਵੀ 31% ਜਿਹੜੀ ਆਬਾਦੀ ਆ ਇਜ਼ਰਾਈਲੀਆਂ ਦੀ, ਉਹਨੇ 50% ਤੋਂ ਵੱਧ ਇਲਾਕਾ ਲੈ ਲਿਆ ਤੇ ਸਾਰੇ ਅਰਬ ਮੁਲਕਾਂ ਨੇ ਮਿਲ ਕੇ ਉਹਦੇ 'ਤੇ ਹਮਲਾ ਕਰਤਾ। ਹੁਣ ਇਜ਼ਰਾਈਲ ਦੇ ਵਿੱਚ ਨੋ ਰਿਟਰੀਟ ਦੀ ਪਾਲਿਸੀ ਆ। ਇਜ਼ਰਾਈਲ ਦਾ ਇੱਕ ਪਹਾੜੀ, ਇੱਕ ਟਿਕੜੀ ਜੇ ਇਹ ਵੀ ਚਲੀ ਜਾਂਦੀ ਆ ਤਾਂ ਇਜ਼ਰਾਈਲ ਨੂੰ ਤੇ ਐਗਜ਼ਿਸਟੈਂਸ਼ੀਅਲ ਥ੍ਰੈਟ ਆ। ਕਈ ਜਗ੍ਹਾ ਤੋਂ ਸਿਰਫ 50 ਕਿਲੋਮੀਟਰ ਜਾਂ 40 ਕਿਲੋਮੀਟਰ ਹੀ ਰਹਿ ਜਾਂਦਾ ਹੈਗਾ, 30 ਮੀਲ ਕਹਿ ਦਿੰਦੇ ਆ ਉਹਨੂੰ, 30 ਮੀਲ ਚੌੜਾ ਰਹਿ ਜਾਂਦਾ। ਤਾਂ ਜੇ ਉੱਥੋਂ ਵੀ ਉਹਨੂੰ ਹਟਣਾ ਪੈ ਜੇ ਤਾਂ ਉਹ ਆਪਦੇ ਆਪ ਨੂੰ ਸਪੇਸ ਲੱਭਦਾ ਐਗਜ਼ਿਸਟੈਂਸ਼ੀਅਲ ਥ੍ਰੈਟ 'ਚੋਂ। ਸਾਰੇ ਮੁਲਕ ਉਹਦੇ ਆਸੇ-ਪਾਸੇ ਵਾਲੇ ਦੁਸ਼ਮਣ ਨੂੰ ਤਾਂ ਸਮੁੰਦਰ 'ਚ ਧੱਕ ਦੇਣਗੇ ਉਹ, ਤਾਂ ਉਹਦੀ ਮਜਬੂਰੀ ਵੀ ਆ ਸਪੇਸ ਲੱਭਣੀ। ਪਰ ਜਦੋਂ ਉਹ ਸਪੇਸ ਲੱਭਦਾ ਤਾਂ ਉਹ ਸਪੇਸ ਦੇ ਵਿੱਚ ਉਹ ਜ਼ੁਲਮ ਕਰਦਾ ਦੂਜਿਆਂ ਦੇ ਉੱਤੇ, ਉਹ ਜਬਰ ਕਰਦਾ, ਬਿਕੋਜ਼ ਉਹ ਬੜੀ ਡੈਂਸਲੀ ਪੋਪੂਲੇਟਡ ਏਰੀਆ, ਸਦੀਆਂ ਤੋਂ ਪੋਪੂਲੇਟਡ ਹੈਗਾ। ਤਾਂ ਉਹ ਆ ਕੇ ਜਦੋਂ ਉਹਨੂੰ ਕਰਦਾ ਤਾਂ ਉਹ ਇਜ਼ਰਾਈਲ ਦੀ ਇੱਕ ਸਪੇਸ ਦੀ ਜਿਹੜੀ ਜ਼ਰੂਰਤ ਆ ਉਹ ਇੰਪੋਰਟੈਂਟ ਵੀ ਆ ਉਹਦੇ ਵਾਸਤੇ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਉਹਨੂੰ ਜ਼ਾਲਮ ਬਣਾਉਂਦੀ ਆ, ਉਹਨੂੰ ਹੋਰ ਜ਼ੁਲਮ ਕਰਨ ਵਾਸਤੇ ਕਰਦੀ ਆ। ਦੂਜੇ ਪਾਸੇ ਜਿਹੜੇ ਉਹਦੇ ਦੁਸ਼ਮਣ ਹੈਗੇ ਆ ਉਹ ਉਹਨੂੰ ਸਪੇਸ ਨਹੀਂ ਦੇ ਰਹੇ, ਉਹਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ। ਹਾਮਾਸ ਜਿਹਨੂੰ ਕਹਿੰਦਾ ਵੀ ਅਸੀਂ ਉਹਨਾਂ ਦਾ ਚਾਰਟਰ ਉਹਦੇ ਆਰਟੀਕਲ 11 ਆ, ਉਹ ਕਹਿੰਦਾ ਅਸੀਂ ਇਜ਼ਰਾਈਲ ਦੀ ਹੋਂਦ ਹੀ ਨਹੀਂ ਮੰਨਦੇ। ਸੋ ਕਿਤੇ ਨਾ ਕਿਤੇ ਜਦੋਂ ਐਡਜਸਟਮੈਂਟਸ ਹੋਣਗੀਆਂ ਤਾਂ ਹੀ ਉਹ ਪੀਸਫੁਲੀ ਰਹਿ ਸਕਦੇ ਆ। ਤੇ ਇਹ ਕੋਈ ਅੱਜ ਦਾ ਰੌਲਾ ਨਹੀਂ, 1000 ਸਾਲ ਤੋਂ। ਦੇਖੋ ਕਰੂਸੇਡਸ ਵੇਲੇ ਵੀ ਕੋਸ਼ਿਸ਼ ਹੋਈ ਸੀ, ਰਿਚਰਡ ਦਾ ਲਾਇਨ ਹਾਰਟ ਤੇ ਸਲਾਹੁਦੀਨ ਦੇ ਵਿੱਚ, ਅਲਟੀਮੇਟਲੀ ਭਿੜ ਕੇ ਵਾਰੀ ਤੇ ਇਹ ਆਇਆ ਸੀਗਾ ਕਿ ਅੱਛਾ ਤੁਸੀਂ ਇੰਨਾ ਕੁ ਏਰੀਆ ਕੰਟਰੋਲ ਕਰ ਲਓ, ਮੈਂ ਇੰਨਾ ਕੰਟਰੋਲ ਕਰਨਾ। ਅੱਜ ਐਗਜ਼ੈਕਟਲੀ ਉਸੇ ਸਿਚੁਏਸ਼ਨ 'ਚ ਬੈਠੇ ਗਏ ਆ। ਉਦੋਂ ਕ੍ਰਿਸਚੀਅਨਸ ਬੈਠੇ ਸੀਗੇ, ਕਰੂਸੇਡਰਸ, ਅੱਜ ਉੱਥੇ ਯਹੂਦੀ ਬੈਠੇ ਆ। ਕਿਉਂ ਨਹੀਂ ਆ ਫਿਰ? ਮੰਨ ਲਓ ਜਿਵੇਂ ਕਸ਼ਮੀਰ ਦਾ ਰੌਲਾ ਗਾ, ਕਸ਼ਮੀਰ ਬਾਰੇ ਵੀ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਤਾਕਤਾਂ ਚਾਹੁੰਦੀਆਂ ਹੀ ਨਹੀਂ। ਉਹ ਕਿਹਾ ਜਾਂਦਾ ਨਾ ਕਿ ਜੇ ਤੁਸੀਂ ਇਸ਼ੂ ਨੂੰ ਐਡਰੈਸ ਹੋ ਜਾਓ ਤਾਂ ਤੁਹਾਡੀ ਜਿਹੜੀ ਵੋਟ ਬੈਂਕ ਪੋਲਿਟਿਕਸ ਆ ਉਹ ਨਹੀਂ ਰਹੇਗੀ। ਵੋਟ ਬੈਂਕ ਪੋਲਿਟਿਕਸ ਉਹਦੀ ਰਹੇਗੀ ਜੋ ਤੱਕ ਤੁਸੀਂ ਇਸ਼ੂ ਰੱਖੋਗੇ। ਜੇ ਇਸ਼ੂ ਹੀ ਖਤਮ ਕਰਤਾ, ਮੰਨ ਲਓ ਦਲਿਤਾਂ ਦੇ ਮਸਲੇ ਹੱਲ ਕਰਤੇ, ਸਿੱਖਾਂ ਦੇ ਮਸਲੇ ਕਰਤੇ, ਤਾਂ ਉਸ ਪੋਲਿਟਿਕਸ ਵੀ ਉਸ ਤਰ੍ਹਾਂ ਖੜੀ ਨਹੀਂ ਹੁੰਦੀ। ਐਗਜ਼ੈਕਟਲੀ। ਇਸ ਕਰਕੇ ਕੀ ਇਹ ਕਾਰਨ ਇਹ ਵੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਸ਼ੂ ਨੂੰ ਐਡਰੈਸ ਨਾ ਕਰੋ। ਹਾਂ, ਐਗਜ਼ੈਕਟਲੀ। ਜਿਵੇਂ ਕਸ਼ਮੀਰ ਦਾ ਇਸ਼ੂ ਐਡਰੈਸ ਨਹੀਂ ਹੁੰਦਾ। ਹਾਂ, ਕਸ਼ਮੀਰ ਦਾ ਇਸ਼ੂ, ਹੋਰ ਬੜੇ ਇਸ਼ੂਜ਼ ਆ ਵਰਲਡ ਓਵਰ ਆ, ਹਿੰਦੁਸਤਾਨ ਤੇ ਪਾਕਿਸਤਾਨ 'ਚ ਤਾਂ ਬਹੁਤ ਹੀ ਐਸੇ ਇਸ਼ੂਜ਼ ਆ। ਤੇ ਐਗਜ਼ੈਕਟਲੀ ਇਹ ਇਸ਼ੂ ਹੋਇਆ ਵੇ ਹਾਮਾਸ ਦਾ ਤੇ ਬੈਂਜਾਮਿਨ ਨੇਤਾਨਯਾਹੂ। ਅਮਰੀਕਾ ਦਾ ਵੀ ਇਹ ਇੰਟਰਸਟ ਆ, ਅਮਰੀਕਨ ਇੰਟਰਸਟ ਵੀ ਇਹ ਆ ਕਿਉਂਕਿ ਉਹਨਾਂ ਨੇ ਇਹ ਐਂਟੀ ਇਸਲਾਮ, ਬਾਕੀ ਇੰਟਰਨੈਸ਼ਨਲ ਫੋਰਸਿਸ ਦਾ ਵੀ ਹੋਏਗਾ। ਹਾਂ, ਐਂਟੀ ਇਸਲਾਮਿਕ ਇੱਕ ਯਾਨੀ ਚੀਨ ਤੇ ਰੂਸ ਕਿਹੜਾ ਚਾਹਣਗੇ, ਉਹ ਵੀ ਚਾਹਣਗੇ ਵੀ ਠੀਕ ਹੈ। ਠੀਕ ਆ, ਹਾਂਜੀ, ਉਹਨਾਂ ਵਾਸਤੇ ਵੀ ਫਾਇਦੇਮੰਦ ਆ ਕਿ ਉੱਥੇ ਲੜਾਈ ਰਵੇ। ਤੇ ਜਿਹੜਾ ਹਾਮਾਸ ਦਾ ਵੀ ਇਸ ਟਾਈਮ ਜਾਂ ਨਥੂਨ ਦਾ ਵੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਆ ਕਿ ਵੀ ਉਹ ਇਹ ਨਹੀਂ ਕਿ ਲੀਡਰਸ ਨਹੀਂ ਸਮਝਦੇ, ਲੀਡਰਸ ਸ਼ਾਇਦ ਬੈਠਣ ਨੂੰ ਤਿਆਰ ਵੀ ਹੋਣ ਇੱਕ ਦੂਜੇ ਨਾਲ, ਪਰ ਹੁਣ ਉਹ ਇੰਨਾ ਇਮੋਸ਼ਨਸ ਸਟਾਰ ਅਪ ਕਰਦੇ ਆ ਕਿ ਕਿਸੇ ਦਾ ਵੀ ਥੋੜਾ ਜਿਹਾ ਵੀ ਪਿਛਾਂ ਹਟਣਾ ਜਿਹੜਾ ਉਹ ਅਪੀਜ਼ਮੈਂਟ ਲੱਗਦੀ ਹੈਗੀ ਆ। ਇਹ ਆਪਾਂ ਆਮ ਹੀ ਪ੍ਰੋਟੈਸਟਸ 'ਚ ਵੀ ਵੇਖਦੇ ਹਾਂ, ਹੋਰਾਂ ਥਾਵਾਂ 'ਤੇ ਵੇਖਦੇ ਹਾਂ ਕਿ ਇੱਕ ਵਾਰੀ ਆਪਾਂ ਸਟੈਂਡ ਲੈ ਕੇ ਜਦੋਂ ਲੋਕਾਂ ਨੂੰ ਆਪਦੇ ਨਾਲ ਉਸ ਇਮੋਸ਼ਨ ਤੱਕ ਲੈ ਆਉਂਦੇ ਆ, ਉਦੋਂ ਇੰਚ ਪਿਛਾਂ ਹਟਣਾ ਵੀ ਕਈ ਵਾਰੀ ਲੀਡਰਸ ਵਾਸਤੇ ਮੁਸ਼ਕਿਲ ਹੋ ਜਾਂਦਾ। ਜਿਹੜੀਆਂ ਇੰਟਰਨੈਸ਼ਨਲ ਫੋਰਸਿਸ ਆ, ਚਾਹੇ ਉਹ ਟਰਕੀ ਆ, ਚਾਹੇ ਉਹ ਈਰਾਨ ਆ, ਚਾਹੇ ਉਹ ਅਮਰੀਕਾ ਹੈ, ਚਾਹੇ ਈਵਨ ਭਾਰਤ ਦੇ ਵੀ ਇੰਟਰਸਟਸ ਆ, ਪਾਕਿਸਤਾਨ ਦੇ ਵੀ ਇੰਟਰਸਟ ਆ, ਸਾਰਿਆਂ ਦੇ ਫਿਰ ਥੋੜ੍ਹੇ ਉਸ ਲੜਾਈ 'ਚ ਹੀ ਇੰਟਰਸਟਸ ਹੋ ਜਾਂਦੇ ਆ। ਜਿਵੇਂ ਕਚਹਿਰੀ 'ਚ ਜੇ ਕੇਸ ਲੱਗ ਜੇ ਤਾਂ ਪਾਰਕਿੰਗ ਵਾਲੇ ਦਾ ਵੀ ਹੋ ਗਿਆ, ਰੀਡਰ ਦਾ ਵੀ ਹੋ ਗਿਆ, ਮੁੰਸ਼ੀ ਦਾ ਵੀ ਇੰਟਰਸਟ ਹੋ ਗਿਆ। ਇਹ ਸਾਰਿਆਂ ਦੇ ਆਪਦੇ ਇੰਟਰਸਟ ਡਿਵੈਲਪ ਹੋ ਜਾਂਦੇ ਆ। ਉਹ ਲੜਾਈ ਨੂੰ ਫਿਰ ਉਹ ਜਾਰੀ ਰਹਿੰਦੀ ਹੈ, ਲੜਾਈ ਉਸ ਰੀਜ਼ਨਸ ਕਰਕੇ ਜਾਰੀ ਰਹਿੰਦੀ ਹੈ। ਕਈ ਵਾਰੀ ਜੇ ਵੈਸੇ ਆਪਾਂ ਨੂੰ ਕਈ ਵਾਰੀ ਔਨ ਫੇਸ ਆਫ ਇਟ ਬੜੇ ਸਿੰਪਲ ਸੋਲਿਊਸ਼ਨਸ ਰੱਖ ਲਏ ਹੁੰਦੇ ਕਿ ਵੀ ਚਲੋ ਬਈ ਤੁਸੀਂ ਰਹਿ ਲਓ, ਇੱਥੇ ਸਪੇਸ ਹੈਗੀ ਆ, ਪਰ ਉਹ ਸਪੇਸ ਕਈ ਵਾਰੀ ਇਹ ਲੜਾਈ ਇਸ ਤਰ੍ਹਾਂ ਤਾਂ ਨਹੀਂ ਹੋਏਗੀ ਜਿਵੇਂ ਫਸਟ ਵਰਲਡ ਵਾਰ ਤੋਂ ਬਾਅਦ ਆਪਾਂ ਦੇਖਿਆ ਸੀ, ਜਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਧਰੂਵੀਕਰਨ ਹੋ ਗਿਆ, ਮਿੱਤਰ ਦੇਸ਼ ਦੁਸ਼ਮਣ ਦੇਸ਼। ਕੋਈ ਇਹ ਤਾਂ ਨਹੀਂ ਹੋਏਗਾ ਕਿ ਜਿਹੜਾ ਥਰਡ ਵਰਲਡ ਵਾਰ ਨੂੰ ਕਿਹਾ ਜਾਂਦਾ ਹੈਗਾ, ਇਸ ਤਰ੍ਹਾਂ ਦਾ ਮਾਹੌਲ ਤਾਂ ਬਣਨ ਦੀ ਸੰਭਾਵਨਾ ਨਹੀਂ ਲੱਗਦੀ। ਲੱਗਦਾ ਤੁਹਾਨੂੰ ਬਣ ਸਕਦੀ ਹੈਗੀ? ਐਂ ਤਾਂ ਨਹੀਂ ਹੋਏਗਾ ਕਿਤੇ ਇੱਕ ਪਾਸੇ ਰਸ਼ੀਆ ਤੇ ਚਾਈਨਾ ਉਧਰ ਖੜ ਜਾਣ ਤੇ ਦੂਜੇ ਪਾਸੇ ਅਮਰੀਕਾ ਨਾਲ ਆ ਕੇ? ਦੇਖੋ, ਸੈਕੰਡ ਵਰਲਡ ਵਾਰ ਤੋਂ ਬਾਅਦ ਤਕਰੀਬਨ ਹਿਊਮੈਨਿਟੀ ਜਦੋਂ ਨਿਊਕਲੀਅਰ ਵੈਪਨਸ ਦੀ ਪ੍ਰੋਲੀਫਰੇਸ਼ਨ ਬਹੁਤ ਜ਼ਿਆਦਾ ਹੋ ਗਈ, ਬਹੁਤ ਜ਼ਿਆਦਾ ਫੈਲ ਗਏ ਉਹ ਵੈਪਨਸ, ਤਾਂ ਆਪਾਂ ਇਹ ਦੇਖਿਆ ਕਿ ਰੂਸ ਡਿੱਗਣ ਦੇ ਉੱਤੇ ਵੀ ਰੂਸ ਲੜਿਆ ਨਹੀਂ ਅੱਗੋਂ। ਠੀਕ ਹੈ, ਹਾਲਾਂਕਿ ਜੇ ਇਹ ਕੌਨਸੀਕੁਐਂਸ 100 ਸਾਲ ਪਹਿਲਾਂ ਹੋ ਜਾਂਦਾ ਤਾਂ ਮੁਲਕ ਨੇ ਲੜਾਈ ਛੇੜਨੀ ਸੀਗੀ ਕਿ ਵੀ ਮੈਂ ਇੰਟਰਨਲ ਪ੍ਰੋਬਲਮ ਸੋਲਵ ਕਰਾਂ ਉਹਦੀ। ਤਾਂ ਗੋਰਬਾਚੇਵ ਨੇ ਪ੍ਰੈਸਟਰੋਇਕਾ ਯੂਜ਼ ਕੀਤੀ, ਉਹਦੇ ਬਾਅਦ ਕੰਟੀਨਿਊਸਲੀ ਉਹਨੇ ਲੜਾਈ ਅਵੋਇਡ ਕੀਤੀ ਤੇ ਆਪਦੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜੰਗਾਂ ਅਫੋਰਡ ਨਹੀਂ ਹੋ ਸਕਦੀਆਂ ਉਸ ਤਰੀਕੇ ਦੀਆਂ ਤਾਂ, ਪਰ ਆਲਰੇਡੀ ਧੜਿਆਂ 'ਚ ਵੰਡੇ ਜਾ ਚੁੱਕੇ ਆ, ਗਲੋਬਲ ਆਰਡਰ ਚੇਂਜ ਹੋ ਰਿਹਾ। ਚੀਨ, ਰੂਸ, ਈਰਾਨ ਤੇ ਪਾਕਿਸਤਾਨ ਇਹ ਤਕਰੀਬਨ ਇੱਕ ਸਾਈਡ 'ਤੇ ਖੜੇ ਹੋ ਰਹੇ ਆ। ਉੱਧਰੋਂ ਅਮਰੀਕਾ, ਅਰਬ ਮੁਲਕਾਂ ਨੂੰ ਬੜੀ ਪ੍ਰੋਬਲਮ ਆਈ ਵੀ ਹੈ ਇਸ ਸਿਚੁਏਸ਼ਨ ਦੇ ਵਿੱਚ। ਇਜ਼ਰਾਈਲ ਤੇ ਹੋਰ ਉਧਰ ਖੜੇ ਹੋਏ। ਹਲੇ ਤੁਰਕੀ ਦਾ ਤੇ ਰੂਸ ਦਾ ਬਿਲਕੁਲ ਕਲੈਰਿਟੀ ਹੈ ਨਹੀਂ ਗੀ, ਪਰ ਉਹ ਜਦੋਂ ਇੱਕ ਧੜੇ 'ਚ ਜਾਂਦੇ ਰਹਿਣਗੇ। ਫਰਾਂਸ ਜਿਹੜਾ ਉਹ ਹੁਣ ਕੁਆਡਸ ਦੇ ਵਿੱਚ ਉਹ ਫਰਾਂਸ ਪਲੱਸ ਹੋ ਗਿਆ,
ਤੇ ਫਰਾਂਸ ਵੀ ਅਮਰੀਕਨ ਧੜੇ 'ਚ ਆ ਗਿਆ। ਤਾਂ ਇਹ ਜਿਹੜੀ ਨੈਚੁਰਲ ਇੱਕ ਪੁਰਾਣੀ ਜਿਹੜੀ ਧੜੇਬੰਦੀ, ਹੁਣ ਜੇ ਫਰਾਂਸ ਇੱਧਰ ਆ ਜਾਂਦਾ ਤਾਂ ਤੁਰਕੀ ਨੈਚੁਰਲੀ ਦੂਜੇ ਪਾਸੇ ਜਾਣਾ ਪਊਗਾ, ਕਿਉਂਕਿ ਪੁਰਾਣੀ ਧੜੇਬੰਦੀਆਂ ਹੈਗੀਆਂ ਨਾ, ਤਾਂ ਉਹ ਉਸੇ ਤਰੀਕੇ ਨਾਲ ਹੀ ਪਲੇ ਆਊਟ ਕਰਨੀ ਆ। ਜਦੋਂ ਸਟ੍ਰੈਸ ਜਾਂ ਸਟ੍ਰੇਨ ਆਉਂਦੇ ਆ ਤਾਂ ਐਕਚੁਅਲ ਫਾਲਟ ਲਾਈਨਸ ਜਿਹੜੀਆਂ ਉਹ ਬਿਲਕੁਲ ਕਲੀਅਰ ਕੱਟ ਸਾਹਮਣੇ ਆਉਣ ਲੱਗ ਜਾਂਦੀਆਂ। ਤੇ ਹੁਣ ਤਕਰੀਬਨ ਇਹ ਉਹ ਹੋ ਹੀ ਗਿਆ। ਹੁਣ ਚੀਨ ਜਿਹੜਾ ਹੈਗਾ ਜਾਂ ਪਾਕਿਸਤਾਨ ਹੈਗਾ, ਉਹ ਇੱਕ ਨੈਚੁਰਲ ਉਸ ਤਰੀਕੇ ਨਾਲ ਖੜ ਗਿਆ ਜਿੱਥੇ ਉਹਨੇ। ਪਰ ਲੱਗਦਾ ਵੀ ਥਰਡ ਵਰਲਡ ਵਾਰ ਨੂੰ ਜਾ ਸਕਦੇ ਨੇ, ਜਾਂ ਬਸ ਆਈ ਡੋਂਟ ਜੰਗ ਨਹੀਂ ਨਹੀਂ ਮਤਲਬ ਅਫੋਰਡ ਕਰਦਾ ਨਾ ਅਮਰੀਕਾ, ਨਾ ਰੂਸ, ਨਾ ਚੀਨ। ਥਰਡ ਵਰਲਡ ਵਾਰ ਤੱਕ ਤਾਂ ਨਹੀਂ ਜਾ ਸਕਦੇ, ਪਰ ਕਿਤੇ ਨਾ ਕਿਤੇ ਗਿਵਨ ਏਰੀਆ ਦੇ ਵਿੱਚ ਜਿਹੜਾ ਕੈਪੀਟਲਿਸਟ ਵਰਲਡ ਹੈਗਾ ਹੈ ਨਾ, ਜੇ ਉਹਨੂੰ ਕੋਈ ਹੋਰ ਐਕਸਪੈਂਸ਼ਨ ਨਹੀਂ ਥਿਆਉਂਦੀ। ਹੁਣ ਆਪਾਂ ਦੂਜੇ ਸਮਝ ਲਓ ਇੱਕ ਟੌਪਿਕ ਉਹ ਦੂਸਰੇ ਪਾਸੇ ਨੂੰ ਟੱਚ ਕਰ ਰਹੇ ਕਿ ਵੀ ਨੇਸ਼ਨਸ ਭਾਵੇਂ ਨਾ ਚਾਹੁਣ ਵਰਲਡ, ਬਟ ਕਿਤੇ ਨਾ ਕਿਤੇ ਜਿਹੜੇ ਕੈਪੀਟਲਿਸਟ ਹੈਗੇ ਆ, ਕਿਉਂਕਿ ਕੈਪੀਟਲਿਜ਼ਮ ਨੂੰ ਜਾਂ ਪੂੰਜੀਵਾਦ ਨੂੰ ਇੱਕ ਡਿਸਟਰਕਸ਼ਨ ਤੇ ਰੀਕ੍ਰੀਏਸ਼ਨ ਜਾਂ ਹਥਿਆਰ ਵੇਚਣ ਵਾਲੇ ਨੇ ਵੀ ਹਥਿਆਰ ਵੇਚਣੇ ਆਪਦੀ, ਸਾਰਾ ਕੁਝ ਹੀ ਚਾਹੀਦਾ ਹੁੰਦਾ ਉਹਨੂੰ, ਤਾਂ ਉਹ ਚਾਹੀਦੀ ਆ। ਬਟ ਜਿਵੇਂ ਹੁਣ ਕਿਹਾ ਜਾਂਦਾ ਕਿ ਉਹ ਤਾਂ ਫਾਰਮਾਕੋਲੋਜੀ ਦੀ ਲੜਾਈ ਲੜਨ ਲੱਗ ਗਏ ਜਾਂ ਉਸ ਪਾਸੇ ਲੜਨ ਲੱਗ ਗਏ। ਇਹ ਕਿੰਨਾ ਸੱਚ ਆ ਕਿੰਨਾ ਝੂਠ ਆ, ਇਹ ਚੀਜ਼ਾਂ ਤਾਂ ਬਾਅਦ 'ਚ ਕਿਤੇ ਪਤਾ ਲੱਗਣਗੀਆਂ ਆਪਾਂ ਨੂੰ, ਪਰ ਡੈਫੀਨੇਟਲੀ ਅਫੋਰਡ ਨਹੀਂ ਕਰਦੇ ਉਸ ਲੈਵਲ ਦੀ ਨਹੀਂ ਆਪਾਂ ਅਫੋਰਡ ਕਰਦੇ। ਪਰ ਪ੍ਰੋਕਸੀ ਵਾਰਸ ਤਾਂ ਸ਼ਾਇਦ ਵਧਣਗੀਆਂ ਜੀ, ਹੁਣ ਹੋਰ ਵੀ ਜ਼ਿਆਦਾ ਹੋਣਗੀਆਂ। ਇਹ ਜੇ ਕਨਫਲਿਕਟਸ ਤਾਂ ਵੱਧਦੇ ਜਾਣਗੇ। ਧੰਨਵਾਦ ਤੁਹਾਡਾ ਅਜੇਪਾਲ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਅਜੇਪਾਲ ਬਰਾੜ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਪੂਰਾ ਇੰਟਰਨੈਸ਼ਨਲ ਸਿਨਾਰੀਓ ਆ, ਜਿਹੜਾ ਇੰਟਰਨੈਸ਼ਨਲ ਪੋਲੀਟਿਕਸ ਦਾ, ਕੌਮਾਂਤਰੀ ਰਾਜਨੀਤੀ ਦਾ ਅਖਾੜਾ ਕਿੱਧਰ ਨੂੰ ਜਾ ਰਿਹਾ ਹੈ, ਔਰ ਕਿਵੇਂ ਇਜ਼ਰਾਈਲ ਅਮਰੀਕਾ ਦੇ ਉਸ ਧੜੇ 'ਚ ਹੈ, ਤੇ ਕਿਵੇਂ ਅਮਰੀਕਾ ਦੇ ਖਿਲਾਫ ਜਾਂ ਕਹੀਏ ਫਲਸਤੀਨ ਦੇ ਪੱਖ 'ਚ ਰੂਸ, ਚੀਨ, ਪਾਕਿਸਤਾਨ, ਇਹ ਤਮਾਮ ਦੇਸ਼ ਖੜ ਰਹੇ ਨੇ, ਅਰਬ ਕੰਟਰੀਆਂ ਦੇ ਬਹੁਤ ਸਾਰੇ ਮੁਲਕ। ਦੇਖਦੇ ਹਾਂ ਹੁਣ ਇਹ ਮਸਲਾ ਅੱਗੇ ਕਿੱਧਰ ਨੂੰ ਜਾਏਗਾ। ਲਗਾਤਾਰ ਰਾਜਨੀਤੀ ਡੀਕੋਡ 'ਚ ਅਸੀਂ ਡੀਕੋਡ ਕਰਦੇ ਰਵਾਂਗੇ ਸਾਰੇ ਮਸਲਿਆਂ ਨੂੰ।